जी अस्सलाम वालेकुम स्टूडेंट्स। अज का साडा टॉपिक PMS ਦੇ ਵਿੱਚ ਹੈ ਲੋਕ ਗੀਤ ਲੋਕ ਅਦਬ ਵਾਲਾ ਇੱਕ ਪਾਰਟ ਹੈ। ਇਹਦਾ ਨਾਮ ਹੈ ਜੀ ਮੈਂ ਇਹਦਾ ਨਾਮ ਜਰਾ ਕਨਫਰਮ ਕਰਕੇ ਦੱਸਾਂ ਤੁਹਾਨੂੰ ਇਸ ਪਾਰਟ ਦਾ ਕੀ ਨਾਮ ਹੈ ਜੀ। ਲੋਕ ਅਦਬ ਹੀ ਇਹਦਾ ਨਾਮ ਹੈ ਔਰ ਇਹਦੇ ਵਿੱਚ ਤਿੰਨ ਸਬ ਟॉपिक्स ਨੇ ਲੋਕ ਗੀਤ ਲੋਕ ਕਹਾਣੀ ਔਰ ਤੀਸਰਾ ਲੋਕ ਅਖਾਣ। ਪੁਰਾਣੇ ਪੇਪਰ ਮੈਂ ਵੇਖ ਰਿਹਾ ਸੀ ਇਹ ਲੋਕ ਗੀਤ ਵਾਲਾ ਕੁਐਸਚਨ ਤੇ ਹਰ ਕਿਸੇ ਵਿੱਚ ਆਇਆ 14 15 16 17 19 20 ਇਹ 6 ਪੇਪਰਾਂ ਦੇ ਵਿੱਚ ਲੋਕ ਗੀਤਾਂ ਵਾਲਾ ਕੁਐਸਚਨ ਆਇਆ ਔਰ ਮੋਸਟਲੀ ਜਿਹੜਾ ਉਹਦਾ ਕੁਐਸਚਨ ਪੁੱਛਣ ਦਾ ਤਰੀਕਾਕਾਰ ਹੈ ਉਹ ਵੀ ਲੋਕ ਗੀਤਾਂ ਵਿੱਚ ਪੰਜਾਬ ਦੀ ਤਹਿਜ਼ੀਬੋ ਸਕਾਫਤ ਜਾਂ ਵਸੋਂ ਦੇ ਝਲਕਾਰੇ ਨਜ਼ਰ ਆਉਂਦੇ ਨੇ। ਵਸੋਂ ਰਹਿਣ ਸਹਿਣ ਨੂੰ ਕਹਿੰਦੇ ਨੇ। ਇੱਕ ਰੈਤਲ ਬੈਤਲ ਲਫ਼ਜ਼ ਵੀ ਉਹਨੇ ਇੱਕ ਵਾਰੀ ਯੂਜ਼ ਕੀਤਾ ਹੈ। ਸੋ ਤਹਿਜ਼ੀਬੋ ਸਕਾਫਤ ਰੈਤਲ ਬੈਤਲ ਰਹਿਣ ਸਹਿਣ ਵਸੋਂ ਇਹ ਸਾਰਾ ਇੱਕੋ ਹੀ ਲਫ਼ਜ਼ ਨੇ। ਲੋਕ ਗੀਤ ਪੰਜਾਬ ਦੀ ਤਹਿਜ਼ੀਬੋ ਸਕਾਫਤ ਦੇ ਨੁਮਾਇੰਦਾ ਗੀਤ ਨੇ। ਤੁਹਾਡਾ ਇਸ ਬਾਰੇ ਕੀ ਖਿਆਲ? ਇੱਕ ਹੈ ਕੁਐਸਚਨ ਹਰ ਵਾਰੀ ਆਉਂਦਾ ਹੈ। ਦੂਸਰੇ ਨੰਬਰ ਤੇ ਲੋਕ ਕਹਾਣੀ। ਲੋਕ ਕਹਾਣੀ ਤੋਂ ਕੀ ਮੁਰਾਦ ਹੈ? ਲੋਕ ਕਹਾਣੀ ਦੀਆਂ ਮੁxtਲਿਫ ਕਿਸਮਾਂ ਬਿਆਨ ਕਰੋ। ਤੀਸਰਾ ਕੁਐਸਚਨ ਲੋਕ ਅਦਬ ਲੋਕ ਅਖਾਣ ਬਾਰੇ ਤੁਸੀਂ ਕੀ ਜਾਣਦੇ ਹੋ? ਜਾਂ ਲੋਕ ਅਖਾਣ ਅਖਾਣ ਪ੍ਰੋਵਰਬ ਨੂੰ ਕਹਿੰਦੇ ਨੇ ਅੰਗਰੇਜ਼ੀ ਵਿੱਚ। ਉਰਦੂ ਚ ਇਹਦੇ ਵਾਸਤੇ ਕਹਾਵਤ ਲਫ਼ਜ਼ ਯੂਜ਼ ਹੁੰਦਾ ਹੈ। ਲੋਕ ਕਹਾਵਤਾਂ ਜਾਂ ਲੋਕ ਅਖਾਣ हिकमतो दानिश का खजाना होंगे ने। ਤੁਹਾਡਾ ਇਸ ਬਾਰੇ ਕੀ ਖਿਆਲ? ਇਸ ਤਰ੍ਹਾਂ ਦੇ ਕੁਐਸਚਨ ਇਸ ਪਾਰਟ ਵਿੱਚੋਂ ਪੁੱਛੇ ਜਾਣਗੇ। ਕਿਉਂਕਿ ਜੀ ਮੇਰੀ ਕਿਤਾਬ ਤੇ ਡਾਇਰੈਕਟ PMS ਦੀ ਨਹੀਂ ਹੈ। ਇਹ ਵਾਲਾ ਕੁਐਸਚਨ ਮੇਰਾ ਆਪਣਾ ਹੀ ਹੈ ਲਿਖਿਆ ਹੋਇਆ, ਲੇਕਿਨ ਇਹ ਮੇਰੀ ਕਿਤਾਬ ਅਗਵਾਈ ਵਿੱਚੋਂ ਸੀ ਜਿਹੜੀ 2014 ਵਾਲਾ ਐਡੀਸ਼ਨ ਸੀ। ਉਸ ਵੇਲੇ ਲੋਕ ਗੀਤ CSS ਦੇ ਸਿਲੇਬਸ ਵਿੱਚ ਵੀ ਸ਼ਾਮਿਲ ਸੀ। ਲਿਹਾਜ਼ਾ ਮੈਂ ਤੇ ਇਹ ਜਰਨਲ ਕੁਐਸਚਨ ਲਿਖਿਆ ਹੋਇਆ ਜਿਸ ਤਰ੍ਹਾਂ ਦਾ ਪੇਪਰ ਵਿੱਚ ਪੁੱਛਿਆ ਜਾਂਦਾ ਹੈ। ਪੁੱਛਿਆ ਜਾਂਦਾ ਸੀ CSS ਵਿੱਚ ਲੋਕ ਗੀਤ ਤੋਂ ਕੀ ਮੁਰਾਦ ਹੈ ਔਰ ਇਹਦੀਆਂ ਮੁxtਲਿਫ ਕਿਸਮਾਂ ਬਿਆਨ ਕਰੋ। ਤੁਸੀਂ ਕੀ ਕਰੋਗੇ? ਲੋਕ ਗੀਤ ਤੇ ਇਹੋ ਹੀ ਡਿਸਕਸ ਹੋਣਗੇ, ਮਟੀਰੀਅਲ ਇਹੋ ਹੀ ਡਿਸਕਸ ਹੋਏਗਾ, ਸ਼ੁਰੂ ਵਾਲੀਆਂ ਤਾਰੀਫਾਂ ਔਰ ਸਾਰਾ ਇਹਦਾ ਇਹੋ ਹੀ ਰਹੇਗਾ। ਲੇਕਿਨ ਜਿਸਲੇ ਲੋਕ ਗੀਤ ਡਿਸਕਸ ਕਰਨ ਲੱਗੋਗੇ ਫਿਰ ਤੁਸੀਂ ਇਹ ਲੋਰੀ ਬੋਲੀ ਮਾਈਆ ਢੋਲਾ ਇਹ ਹੈਡਿੰਗਸ ਨਹੀਂ ਦੇਣੀਆਂ, ਬਲਕਿ ਤੁਸੀਂ ਇਹਦੇ ਵਿੱਚ ਦਾ ਜਿਹੜਾ ਮਟੀਰੀਅਲ ਹੈ ਔਰ ਜਿਹੜੀਆਂ ਮਿਸਾਲਾਂ ਦਿੱਤੀ ਦੀਆਂ ਨੇ ਉਹਨਾਂ ਨੂੰ ਤਹਿਜ਼ੀਬੋ ਸਕਾਫਤ ਦੇ ਹਵਾਲੇ ਨਾਲ ਡਿਸਕਸ ਕਰੋਗੇ ਜਾਂ ਫਿਰ ਅਗਰ ਤਾਰੀਖੀ ਹਵਾਲਾ ਪੁੱਛ ਲੇ ਜਾਂ ਜਿਸ ਤਰ੍ਹਾਂ ਦਾ ਵੀ ਉਹ ਕੁਐਸਚਨ ਪੁੱਛੇ ਉਹਦੇ ਮੁਤਾਬਿਕ ਮੋਡੀਫਾਈ ਕਰਕੇ ਡਿਸਕਸ ਕਰੋਗੇ। ਇਹਦੇ ਜ਼ਰੂਰੀ ਹੈ ਵੇ ਕਿ ਤੁਹਾਨੂੰ ਲੋਕ ਗੀਤਾਂ ਦਾ ਪਤਾ ਲੱਗ ਜਾਣਾ ਚਾਹੀਦਾ ਔਰ ਲੋਕ ਗੀਤ ਜਿਹੜੇ ਇਸ ਟੌਪਿਕ ਵਿੱਚ ਦਿੱਤੇ ਹੋਏ ਨੇ ਉਹਨਾਂ ਦੀ ਸਮਝ ਆ ਜਾਣੀ ਚਾਹੀਦੀ ਹੈ। ਅਗਰ ਉਹਨਾਂ ਦੀ ਸਮਝ ਆ ਜਾਏਗੀ ਤੁਹਾਨੂੰ ਤੇ ਫਿਰ ਆਸਾਨੀ ਨਾਲ ਤੁਸੀਂ ਆਪਣਾ ਕੁਐਸਚਨ ਅਟੈਂਪਟ ਕਰ ਸਕੋਗੇ। हाँ तो डायरैक्ट यह भी क्वेश्चन पूछ सकता है लोकगीत की तारीफ लिखो तो मुख्तलिफ किस्मां बयान करो, फिर एज इट इज सारा आ जाएगा जी। लोकगीत की होंदे ने? लोकां दे गीत, तमाम लोकां दे गीत, किसी भी तहजीबो सकाफत विच रहन वाले लोग उन्हां सारियां दे सांझे गीत नूं लोकां दे गीत या लोक गीत कहा जाता है। ਇਹ ਕਿਉਂ ਸਾਂਝੇ ਗੀਤ ਹੁੰਦੇ ਨੇ? ਇਹਨਾਂ ਨੂੰ ਲੋਕਾਂ ਦੇ ਗੀਤ ਕਿਉਂ ਕਹਿੰਦੇ ਨੇ? ਇਹ ਪਬਲਿਕ ਪ੍ਰਾਪਰਟੀ ਕਿਉਂ ਹੁੰਦੇ ਨੇ? ਇਹਨਾਂ ਨੂੰ ਹਰ ਬੰਦਾ ਆਪਣੇ ਗੀਤ ਕਿਉਂ ਕਲੇਮ ਕਰਦਾ ਹੈ? ਇਹਦੀ ਕੀ ਵਜ੍ਹਾ ਹੈ? ਇਹ ਗੀਤ ਕਿਸੇ ਇੱਕ ਸ਼ਾਇਰ ਜਾਂ ਤਖਲੀਕਕਾਰ ਦੀ ਤਖਲੀਕ ਨਹੀਂ ਹੁੰਦੇ, ਸਗੋਂ ਸਾਰੀ ਲੋਕਾਈ ਦੀ ਸਾਂਝੀ ਤਖਲੀਕ ਹੁੰਦੇ ਨੇ। ਅੱਛਾ ਜੀ ਜ਼ਰਾ ਸਮਝੋ ਇਸ ਗੱਲ ਨੂੰ। ਮਿਸਾਲ ਦੇ ਤੌਰ ਤੇ ਇਹਨੂੰ ਲਿਖਣ ਵਾਲਾ ਜਾਂ ਤਖਲੀਕ ਕਰਨ ਵਾਲਾ ਹੁੰਦਾ ਤੇ ਕੋਈ ਇੱਕ ਬੰਦਾ ਹੀ ਹੈ। ਕਿਸੇ ਇੱਕ ਬੰਦੇ ਨਹੀਂ ਕਿਸੇ ਖਾਸ ਮੌਕੇ ਉੱਤੇ ਆਪਣੇ ਦਿਲ ਦੇ ਜਜ਼ਬਾਤ ਬਿਆਨ ਕੀਤੇ ਹੁੰਦੇ ਨੇ ਜੋ ਗੀਤ ਦਾ ਸ਼ਕਲ ਇਖਤਿਆਰ ਕਰਕੇ ਲੋਕਾਂ ਵਿੱਚ, ਜਿਵੇਂ ਅੱਜ ਕੱਲ੍ਹ ਨਹੀਂ ਇੱਕ ਟਰਮ ਚੱਲਦੀ ਜੀ ਵੀਡੀਓ ਵਾਇਰਲ ਹੋ ਗਈ, ਪੁਰਾਣੇ ਜ਼ਮਾਨੇ ਵਿੱਚ ਵੀ ਇੰਝ ਹੀ ਹੁੰਦਾ ਸੀ। ਕੋਈ ਕਿਸੇ ਇੱਕ ਬੰਦੇ ਨੇ ਕੋਈ ਗੀਤ ਕਿਹਾ ਹੁੰਦਾ ਸੀ ਲੇਕਿਨ ਉਹ ਇਸ ਤਰ੍ਹਾਂ ਵਾਇਰਲ ਹੁੰਦਾ ਸੀ, ਇਸ ਤਰ੍ਹਾਂ ਪੂਰੀ ਤਹਿਜ਼ੀਬੋ ਸਕਾਫਤ ਯਾਨੀ ਪੂਰੇ ਪੰਜਾਬ ਵਿੱਚ ਇੱਕੋ ਵਾਰੀ ਫੈਲ ਜਾਂਦਾ ਸੀ ਕਿ ਹਰ ਕੋਈ ਕਲੇਮ ਕਰਨ ਲੱਗ ਪੈਂਦਾ ਸੀ ਕਿ ਜੀ ਇਹ ਸਾਡਾ ਗੀਤ ਹੈ। ਠੀਕ ਹੈ ਜੀ। ਇੱਕ ਕਿਸੇ ਬੰਦੇ ਦਾ ਜਾਂ ਉਸ ਸ਼ਾਇਰ ਦਾ ਨਾਂ ਨਹੀਂ ਪਤਾ ਹੁੰਦਾ ਕਿ ਕਿੰਨੇ ਇਹ ਲਿਖਿਆ ਹੈ। ਇਸ ਵਾਸਤੇ ਇਹਨਾਂ ਨੂੰ ਸਾਰੇ ਲੋਕਾਂ ਦਾ ਸਾਂਝਾ ਅਸਾਸਾ ਜਾਂ ਮੰਨ ਲਿਆ ਜਾਂਦਾ ਹੈ, ਸਭ ਦਾ ਗੀਤ ਮੰਨ ਲਿਆ ਜਾਂਦਾ ਹੈ। ਲੋਕ ਗੀਤ ਕਿਵੇਂ ਪੈਦਾ ਹੁੰਦੇ ਨੇ? ਇਹਨਾਂ ਦੇ ਕੋਈ ਤਾਲੀਮ ਯਾਫਤਾ ਸ਼ਾਇਰ ਨਹੀਂ ਹੁੰਦੇ, ਕੋਈ ਭੇਡ ਬੱਕਰੀਆਂ ਚਰਾਉਣ ਵਾਲਾ, ਕੋਈ ਸੂਫੀ, ਕੋਈ ਬਜ਼ੁਰਗ, ਕੋਈ घरेलू खातून, कोई औरत अपने जज्बात एहसासात का इजहार करे तो गीत का रूप धार लेता है। लोक गीत उन्हां जंगली बूटियां वांग होंदे ने ਜਿਹੜੇ ਧਰਤੀ ਦੀ ਕੁੱਖ ਵਿੱਚੋਂ, ਕੁੱਖ ਪੇਟ ਨੂੰ ਕਹਿੰਦੇ ਨੇ, ਆਪ ਮੁਹਾਰੇ ਖੁਦ ਬ ਖੁਦ ਪੁੰਗਰ ਪੈਂਦੇ ਨੇ, ਉੱਗ ਪੈਂਦੇ ਨੇ ਤੇ ਧਰਤੀ ਨੂੰ ਵਾਸ਼ਨਾ, ਖੁਸ਼ਬੂ
ਤੇ ਸੋਪਣ ਯਾਨੀ ਖੂਬਸੂਰਤੀ ਫਰਾਹਮ ਕਰਦੇ ਨੇ। ਅੱਛਾ ਇਹਦੀ ਮਿਸਾਲ ਸਮਝੋ, ਜੰਗਲ ਦੇ ਵਿੱਚ ਪੌਦੇ ਜਾਂ ਬੂਟੇ ਕਾਸ਼ਤ ਨਹੀਂ ਕੀਤੇ ਜਾਂਦੇ, ਉਹਦੇ ਵਿੱਚ ਬੜੇ ਅਟਰੈਕਟਿਵ ਔਰ ਬੜੇ ਫਾਇਦੇ ਵਾਲੇ ਬੂਟੇ ਜਾਂ ਦਰਖਤ ਵੀ ਹੁੰਦੇ ਨੇ, ਜਿਹੜੇ ਜੜੀ ਬੂਟੀਆਂ, ਦਵਾਈਆਂ, ਖੂਬਸੂਰਤੀ ਵਾਸਤੇ ਇਸਤੇਮਾਲ ਹੁੰਦੇ ਨੇ, ਲੇਕਿਨ ਉਹਨਾਂ ਨੂੰ ਕੋਈ ਕਾਸ਼ਤ ਨਹੀਂ ਕਰਦਾ, ਖੁਦ ਬ ਖੁਦ ਰੋ ਪੌਦੇ ਹੁੰਦੇ ਨੇ, ਆਪੇ ਹੀ ਉੱਗ ਪੈਂਦੇ ਨੇ ਔਰ ਲੋਕਾਂ ਨੂੰ ਫਾਇਦਾ ਫਰਾਹਮ ਕਰਦੇ ਨੇ। ਇਸੇ ਤਰ੍ਹਾਂ ਲੋਕ ਗੀਤ ਵੀ ਲਿਖਣ ਵਾਲਾ ਸ਼ਾਇਰ ਕਿਸੇ ਖਾਸ ਮਕਸਦ ਦੇ ਤਹਿਤ ਗੀਤ ਨਹੀਂ ਲਿਖਦਾ, ਉਹ ਸਿਰਫ ਆਪਣੇ ਜਜ਼ਬਾਤ ਔਰ ਅਹਿਸਾਸਾਤ ਬਿਆਨ ਕਰਦਾ ਹੈ, ਲੇਕਿਨ ਉਹ ਸਾਰੇ ਲੋਕਾਂ ਵਿੱਚ ਆਮ ਹੋ ਜਾਂਦੇ ਨੇ, ਉਹਨਾਂ ਨੂੰ ਅਸੀਂ ਲੋਕ ਗੀਤ ਕਹਿੰਦੇ ਹਾਂ। ਇਹ ਲੋਕ ਗੀਤ ਕਿਸੇ ਕੌਮ ਦਾ ਨਾ ਸਿਰਫ ਅਨਮੋਲ ਖਜ਼ਾਨਾ ਹੁੰਦੇ ਨੇ, ਸਗੋਂ ਉਸ ਕੌਮ ਦੀ ਰਹਿਤਲ ਬਹਿਤਲ, ਰਹਿਣ ਸਹਿਣ, ਇਹ ਜਿਹੜਾ ਕੁਐਸਚਨ ਸਾਨੂੰ ਪੁੱਛਦਾ ਹੈ, ਉਸ ਕੌਮ ਦੀ ਤਾਰੀਖ, ਉਸ ਕੌਮ ਦੇ ਵਡਕਿਆਂ ਦੇ, ਵਡਕੇ ਆਬਾਓ ਅਜਦਾਦ, ਸਦੀਆਂ ਦੇ ਤਜਰਬਾਤ ਦਾ ਨਿਚੋੜ ਹੁੰਦੇ ਨੇ। ਇਸ ਤੋਂ ਇਲਾਵਾ ਇਹ ਲੋਕ ਗੀਤ ਇਨਸਾਨੀ ਸਾਈਕੀ ਸਮਝਣ ਵਾਸਤੇ ਬਿਹਤਰੀਨ ਜ਼ਰੀਆ ਹੁੰਦੇ ਨੇ, ਯਾਨੀ ਇਹਨਾਂ ਤੋਂ ਪਤਾ ਲੱਗਦਾ ਹੈ ਕਿ ਇਹ ਕੌਮ ਕੀ ਸੋਚਦੀ ਹੈ, ਕੀ ਇਹਨੂੰ ਮੁਤਾਸਰ ਕਰਦਾ ਹੈ, ਕਿਹੜੀਆਂ ਚੀਜ਼ਾਂ ਇਹਦੇ ਵਾਸਤੇ ਨੁਕਸਾਨਦੇਹ ਨੇ, ਕਿਹਨਾਂ ਚੀਜ਼ਾਂ ਤੋਂ ਇਹਨਾਂ ਨੂੰ ਆਪਣੇ ਵੱਲ ਮਾਇਲ ਕੀਤਾ ਜਾ ਸਕਦਾ ਹੈ। ਜਿਸ ਵੇਲੇ ਅੰਗਰੇਜ਼ ਇਸ ਇਲਾਕੇ ਵਿੱਚ ਆਏ ਤੇ ਉਹਨਾਂ ਨੇ ਸਭ ਤੋਂ ਪਹਿਲੇ ਇੱਥੇ ਜਿਹੜੇ ਆਫਿਸਰਸ ਤਾਇਨਾਤ ਕੀਤੇ, ਉਹ ਲੋਕ ਸੀ ਜਿਹੜੀਆਂ ਮੁਕਾਮੀ ਜ਼ਬਾਨਾਂ ਵਿੱਚ ਮਾਹਿਰ ਸੀ। ਉਹਨਾਂ ਨੇ ਲੋਕਾਂ ਕੋਲੋਂ ਇਹ ਲੋਕ ਗੀਤ ਵਗੈਰਾ, ਲੋਕ ਕਹਾਣੀਆਂ, ਕਿੱਸੇ ਸੁਣੇ, ਉਹਨਾਂ ਨੂੰ ਅੰਗਰੇਜ਼ੀ ਟਰਾਂਸਲੇਟ ਕੀਤਾ ਔਰ ਉਹਦੇ ਤੋਂ ਉਹਨਾਂ ਸਾਡੀ ਨਫਸਿਆਤ ਸਮਝੀ। ਤੇ ਅੰਗਰੇਜ਼ ਨੇ ਜਿਹੜਾ ਸਭ ਤੋਂ ਵੱਡਾ ਇੱਕ ਰੂਲ ਕੱਢਿਆ ਸੀ ਨਾ, ਉਹ ਡਿਵਾਈਡ ਐਂਡ ਰੂਲ, ਉਹ ਇਸੇ ਹੀ ਚੀਜ਼ ਵਿੱਚੋਂ ਕੱਢਿਆ ਸੀ ਕਿ ਕਿਸੇ ਨਾ ਕਿਸੇ ਤਰੀਕੇ ਨਾਲ ਇਹਨਾਂ ਦੀ ਸਾਂਝ ਤੋੜੀ ਜਾਏ, ਇਹਨਾਂ ਦਾ ਏਕਾ ਖਤਮ ਕੀਤਾ ਜਾਏ, ਇਤਫਾਕ ਖਤਮ ਕੀਤਾ ਜਾਏ, ਇਹਨਾਂ ਨੂੰ ਆਪਸ ਵਿੱਚ ਵੰਡ ਦਿੱਤਾ ਜਾਏ ਤੇ ਫਿਰ ਅਸੀਂ ਇਹਨਾਂ ਉੱਤੇ ਹਕੂਮਤ ਕਰ ਸਕਦੇ ਹਾਂ। ਉਹਦੀ ਜ਼ਿੰਦਾ ਜਿਉਂਦੀ ਜਾਗਦੀ ਮਿਸਾਲ ਪੰਜਾਬ ਹੈ, ਜਿਹੜਾ ਹਜ਼ਾਰਾਂ ਸਾਲ ਤੋਂ ਇੰਡਸ ਸਿਵਲਾਈਜੇਸ਼ਨ ਦੀ ਸ਼ਕਲ ਵਿੱਚ ਇੱਕ ਖਿੱਤਾ ਸੀ, ਜਿਹਨੂੰ ਅਲੱਗ ਕਰ ਦਿੱਤਾ ਗਿਆ। ਮੁਗਲਾਂ ਦੇ ਦੌਰ ਵਿੱਚ ਵੀ ਦਿੱਲੀ ਤੋਂ ਲੈ ਕੇ ਪਿਸ਼ਾਵਰ ਤੱਕ ਔਰ ਕਰਾਚੀ ਤੋਂ ਲੈ ਕੇ ਖੈਬਰ ਪਖਤੂਨਖਵਾ ਤੱਕ ਸਾਰਾ ਪੰਜਾਬ ਹੁੰਦਾ ਸੀ, ਲੇਕਿਨ ਤੁਸੀਂ ਵੇਖ ਲਵੋ ਕਿ ਅੰਗਰੇਜ਼ ਨੇ ਇਹਦੇ ਨਾਲ ਕੀ ਕੀਤਾ। ਅੰਗਰੇਜ਼ ਦੇ ਆਉਣ ਤੋਂ ਪਹਿਲੇ ਗ੍ਰੇਟਰ ਪੰਜਾਬ ਸੀ, ਇਹ ਚੀਜ਼ਾਂ ਤੁਸੀਂ ਵਿੱਚ ਮੈਂਸ਼ਨ ਕਰ ਸਕਦੇ ਹੋ। ਗ੍ਰੇਟਰ ਪੰਜਾਬ ਸੀ, ਜਿਸ ਵੇਲੇ 47 ਵਿੱਚ ਡਿਵੀਜ਼ਨ ਹੋਈ, ਇੰਡੀਅਨ ਪੰਜਾਬ ਅਲੱਗ, ਪਾਕਿਸਤਾਨੀ ਪੰਜਾਬ ਅਲੱਗ ਹੋ ਗਿਆ, ਉਸ ਲਈ ਉਹਨਾਂ ਨੇ ਇੰਡੀਅਨ ਪੰਜਾਬ ਨੂੰ 3 ਟੋਟਿਆਂ ਵਿੱਚ ਵੰਡ ਦਿੱਤਾ ਸੀ। ਇੱਕ ਪੰਜਾਬ ਰਹਿ ਗਿਆ ਸੀ, ਦੂਸਰਾ ਹਰਿਆਣਾ ਬਣਾ ਦਿੱਤਾ ਸੀ ਔਰ ਤੀਸਰਾ ਹਿਮਾਚਲ ਪ੍ਰਦੇਸ਼ ਉਹਨਾਂ ਬਣਾ ਦਿੱਤਾ ਸੀ। ਯਾਨੀ ਉਸ ਵੇਲੇ ਹੀ ਉਹ ਇੰਡੀਅਨ ਪੰਜਾਬ ਦੇ 3 ਟੋਟੇ ਕਰ ਦਿੱਤੇ ਸੀ ਔਰ ਹੁਣ ਪਾਕਿਸਤਾਨੀ ਪੰਜਾਬ ਦੇ ਟੋਟੇ ਕਰਨ ਦੀ ਤਹਿਰੀਕ ਤੁਹਾਨੂੰ ਪਤਾ ਹੈ ਕਿੰਨੀ ਤੇਜ਼ੀ ਨਾਲ ਚੱਲ ਰਹੀ ਹੈ, ਜਿਹਦੇ ਵਿੱਚ ਪੰਜਾਬੀ ਔਰ ਸਰਾਇਕਿਸਤਾਨ ਨੂੰ ਅਲੱਗ ਕਰਕੇ ਤੋੜਨਾ ਹੈ। ਮਕਸਦ ਕੀ ਹੈ ਕਿ ਇੱਕ ਬਹੁਤ ਵੱਡੀ ਤਾਕਤ ਸੀ ਜਿਹਨੂੰ ਤੋੜ ਕੇ ਟੁਕੜੇ ਟੁਕੜੇ ਕਰ ਦਿੱਤਾ ਗਿਆ। ਉਹਦੇ ਵਾਸਤੇ ਕੀਤਾ ਕੀ ਗਿਆ, ਕਿਤੇ ਮਜ਼ਹਬ ਵਿੱਚ ਲਿਆਂਦਾ ਗਿਆ, ਕਿਤੇ ਜੁਗਰਾਫੀਆ ਵਿੱਚ ਲਿਆਂਦਾ ਗਿਆ, ਕਿਤੇ ਮਸਲਕ ਵਿੱਚ ਲਿਆਂਦਾ ਗਿਆ, ਕਿਤੇ ਜ਼ਬਾਨ ਔਰ ਲਿਸਾਨ ਵਿੱਚ ਲਿਆਂਦੀ ਗਈ, ਕਿਤੇ ਕੌਮ ਤੇ ਤਹਿਜ਼ੀਬ ਵਿੱਚ ਲਿਆਂਦੀ ਗਈ। ਠੀਕ ਹੈ ਜੀ, ਇਹ ਤੁਹਾਨੂੰ ਉਮੀਦ ਹੈ ਸਮਝ ਆ ਗਈ ਹੋਏਗੀ। ਲੋਕ ਗੀਤਾਂ ਤੋਂ ਮੁਰਾਦ ਐਸੇ ਗੀਤ ਜਿਹੜੇ ਕਿਸੇ ਸ਼ਾਇਰ ਦੀ ਤਖਲੀਕ ਹੁੰਦੇ ਨੇ, ਸਾਨੂੰ ਉਸ ਸ਼ਾਇਰ ਦਾ ਪਤਾ ਨਹੀਂ ਹੁੰਦਾ, ਲੇਕਿਨ ਉਹ ਗੀਤ ਸਾਰਿਆਂ ਦਾ ਸਾਂਝਾ ਤਖਲੀਕੀ ਵਿਰਸਾ ਹੁੰਦੇ ਨੇ। ਇਹਨਾਂ ਨੂੰ ਗੀਤਾਂ ਨੂੰ ਕੋਈ ਖਾਸ ਸ਼ਊਰੀ ਕੋਸ਼ਿਸ਼ ਨਾਲ ਤਖਲੀਕ ਨਹੀਂ ਕਰਦਾ, ਬਲਕਿ ਇਹ ਜੰਗਲੀ ਪੌਦਿਆਂ ਤਰ੍ਹਾਂ ਖੁਦ ਬ ਖੁਦ ਉੱਗ ਪੈਂਦੇ ਨੇ ਔਰ ਲੋਕਾਂ ਨੂੰ ਖੂਬਸੂਰਤੀ ਤੇ ਖੁਸ਼ਬੂ ਫਰਾਹਮ ਕਰਦੇ ਨੇ। ਔਰ ਇਹਨਾਂ ਲੋਕ ਗੀਤਾਂ ਵਿੱਚ ਕਿਸੇ ਵੀ ਕੌਮ ਦੀ ਰਹਿਤਲ ਬਹਿਤਲ ਤਾਰੀਖ ਔਰ ਵਡਕਿਆਂ ਦੇ ਸਦੀਆਂ ਦੇ ਤਜਰਬਾਤ ਦਾ ਨਿਚੋੜ ਸਾਨੂੰ ਮਿਲਦਾ ਹੈ। ਇਹ ਡੈਫੀਨੇਸ਼ਨ ਹੈ, ਇਹਨੂੰ ਤੁਸੀਂ ਬੇਸ਼ੱਕ ਆਪਣੇ ਲਫ਼ਜ਼ਾਂ 'ਚ ਲਿਖ ਲਓ। ਉਹ ਗੀਤ ਜਿਹੜੇ ਸਦੀਆਂ ਤੋਂ ਸੀਨਾ ਬਸੀਨਾ। ਅੱਛਾ ਜੀ, ਇਹਦੇ ਹਵਾਲੇ ਨਾਲ ਇੱਕ ਹੋਰ ਗੱਲ ਯਾਦ ਰੱਖੋ, ਇਹ ਸਾਰੀ ਓਰਲ ਹਿਸਟਰੀ ਜਾਂ ਓਰਲ ਟ੍ਰੈਡੀਸ਼ਨ ਹੁੰਦੀ ਹੈ, ਇਹ ਮਹਿਫੂਜ਼ ਜਾਂ ਲਿਖੀ ਹੋਈ ਸੂਰਤ ਵਿੱਚ ਸਾਨੂੰ ਨਹੀਂ ਮਿਲਦੀ, ਇਹ ਸੀਨਾ ਬਸੀਨਾ ਮੁੰਤਕਿਲ ਹੋਈ। ਅੱਜ ਕੱਲ੍ਹ 20ਵੀਂ ਸਦੀ ਦੇ ਅਖੀਰ ਵਿੱਚ ਔਰ 21ਵੀਂ ਸਦੀ ਦੇ ਸ਼ੁਰੂ ਵਿੱਚ ਪੂਰੀ ਦੁਨੀਆ ਵਿੱਚ ਓਰਲ ਟ੍ਰੈਡੀਸ਼ਨ ਨੂੰ ਮਹਿਫੂਜ਼ ਕਰਨ ਦੀ ਇੱਕ ਤਹਿਰੀਕ ਚੱਲ ਰਹੀ ਹੈ। ਉਹਦੇ ਤਹਿਤ ਇਹ ਹੈ ਕਿ ਜਿਹੜਾ ਸਾਡਾ ਸਦੀਆਂ ਦਾ, ਹਜ਼ਾਰਾਂ ਸਾਲਾਂ ਦਾ ਇੱਕ ਵਿਰਸਾ ਹੈ, ਇੱਕ ਤਖਲੀਕੀ ਵਿਰਸਾ ਹੈ, ਉਹਨੂੰ ਲਿਖ ਲਿਆ ਜਾਏ, ਮਹਿਫੂਜ਼ ਕਰ ਲਿਆ ਜਾਏ, ਕਿਉਂਕਿ ਸੀਨਾ ਬਸੀਨਾ ਹੋਣਾ ਚੀਜ਼ਾਂ ਮੁੰਤਕਿਲ ਨਹੀਂ ਹੋ ਰਹੀਆਂ। ਹੁਣ ਅੱਜ ਕੱਲ੍ਹ ਐਂਟਰਟੇਨਮੈਂਟ ਦੇ ਜ਼ਰਾਏ ਕੁਝ ਹੋਰ ਹੋ ਗਏ ਨੇ, ਲਿਹਾਜ਼ਾ ਤੁਸੀਂ ਵੇਖਿਆ ਹੋਣਾ ਹੈ ਕਈ ਚੈਨਲ ਟੀਵੀ ਉੱਤੇ ਵੀ ਬਣੇ ਹੋਏ ਨੇ, YouTube ਉੱਤੇ ਵੀ ਬਣੇ ਹੋਏ ਨੇ, ਜਿਨ੍ਹਾਂ ਉੱਤੇ ਇਸ ਕਿਸਮ ਦੀਆਂ ਚੀਜ਼ਾਂ ਅਪਲੋਡ ਕੀਤੀਆਂ ਜਾ ਰਹੀਆਂ ਨੇ ਔਰ ਕਿਤਾਬੀ ਸੂਰਤ ਵਿੱਚ ਵੀ ਇਹਨਾਂ ਨੂੰ ਪ੍ਰੀਜ਼ਰਵ ਕੀਤਾ ਜਾ ਰਿਹਾ ਹੈ। ਕਿਉਂਕਿ ਹੁੰਦਾ ਇੰਝ ਹੈ ਕਿ ਸਿਆਣੇ ਬੰਦੇ ਫੌਤ ਹੁੰਦੇ ਜਾ ਰਹੇ ਨੇ ਔਰ ਜਿਹੜੀਆਂ ਚੀਜ਼ਾਂ ਉਹਨਾਂ ਦੇ ਸੀਨਿਆਂ ਵਿੱਚ ਮਹਿਫੂਜ਼ ਨੇ ਉਹ ਅੱਗੇ ਮੁੰਤਕਿਲ ਨਹੀਂ ਹੋ ਰਹੀਆਂ, ਕਿਉਂਕਿ ਬੱਚੇ ਲਿਖ ਪੜ੍ਹ ਕੇ ਅੱਜ ਕੱਲ੍ਹ ਸ਼ਹਿਰਾਂ ਵੱਲ ਨੂੰ ਨਿਕਲ ਗਏ, ਯੂਨੀਵਰਸਿਟੀਆਂ ਵਿੱਚ, ਕਾਲਜਾਂ ਵਿੱਚ ਪੜ੍ਹ ਰਹੇ ਨੇ ਔਰ ਹੁਣ ਕੌਣ ਹੈ ਜਿਹੜਾ ਪਿੰਡਾਂ ਵਿੱਚ ਬਹਿ ਕੇ ਆਪਣੇ ਬਜ਼ੁਰਗਾਂ ਦਾ ਇਹ ਵਾਲਾ ਸੀਨਾ ਬਸੀਨਾ ਚੱਲਦਾ ਆ ਰਿਹਾ ਅਸਾਸਾ ਮਹਿਫੂਜ਼ ਰੱਖੇਗਾ। ਲਿਹਾਜ਼ਾ ਸਦੀਆਂ ਤੋਂ ਸੀਨਾ ਬਸੀਨਾ ਲੋਕਾਂ ਦੇ ਦਿਲਾਂ ਵਿੱਚ ਵਸਦੇ ਨੇ ਤੇ ਕਿਸੇ ਇੱਕ ਮੁਸੰਨਫ ਦੀ ਤਖਲੀਕ ਦੀ ਬਜਾਏ ਸਾਰੀ ਲੁਕਾਈ ਦਾ
ਤਖਲੀਕੀ ਅਮਲ ਕਰਾਰ ਦਿੱਤੇ ਜਾਂਦੇ ਨੇ, ਇਹਨਾਂ ਨੂੰ ਅਸੀਂ ਲੋਕ ਗੀਤ ਕਹਿੰਦੇ ਹਾਂ ਜੀ। ਲੋਕ ਗੀਤਾਂ ਦਾ ਕੈਨਵਸ ਕਿੰਨਾ ਵਸੀਹ ਹੈ। ਕਿਸੇ ਵੀ ਤਹਿਜ਼ੀਬੋ ਸਕਾਫਤ ਦਾ ਜਿਹੜੇ ਕਿਸੇ ਵੀ ਇਲਾਕੇ ਦੀ ਤਹਿਜ਼ੀਬੋ ਸਕਾਫਤ ਵਿੱਚ ਰਹਿਣ ਵਾਲੇ ਲੋਕ ਗੀਤ ਦੁਨੀਆ ਦੀ ਹਰ ਜ਼ਬਾਨ, ਕੌਮ, ਕਬੀਲੇ, ਇਲਾਕੇ ਵਿੱਚ ਗਾਏ ਸੁਣੇ ਜਾਂਦੇ ਨੇ। ਇਹਨਾਂ ਲੋਕ ਗੀਤਾਂ ਦੀ ਕਦਾਮਤ ਦਾ ਅੰਦਾਜ਼ਾ ਨਹੀਂ ਲਾਇਆ ਜਾ ਸਕਦਾ, ਕਿਉਂਕਿ ਕੋਈ ਪਤਾ ਨਹੀਂ ਹੈ ਕਿ ਕਦੋਂ ਕਿਹਨੇ ਕਿਹੜਾ ਗੀਤ ਕਿਹਾ ਸੀ। ਹਾਂ, ਗੀਤਾਂ ਵਿੱਚੋਂ ਸਾਨੂੰ ਕੁਝ ਇਸ਼ਾਰੇ ਜ਼ਰੂਰ ਮਿਲ ਜਾਂਦੇ ਨੇ, ਜਿਹਦੇ ਤੋਂ ਅਸੀਂ ਗੈਸ ਕਰ ਸਕਦੇ ਹਾਂ ਕਿ ਜੀ ਇਹ ਗੀਤ ਸੈਕੰਡ ਵਰਲਡ ਵਾਰ ਦੇ ਦੌਰਾਨ ਲਿਖੇ ਗਏ, ਇਹ ਗੀਤ ਮੁਗਲਾਂ ਦੇ ਦੌਰ ਵਿੱਚ ਲਿਖੇ ਗਏ, ਜਾਂ ਇਹ ਗੀਤ ਉਦੋਂ ਲਿਖੇ ਗਏ ਜਦੋਂ ਇਸਲਾਮ ਇੱਥੇ ਸਾਡੇ ਹਿੰਦੁਸਤਾਨ ਵਿੱਚ ਨਹੀਂ ਸੀ ਆਇਆ। ਇਹ ਗੀਤਾਂ ਦੀ ਬੋਡੀ ਤੋਂ, ਸ਼ਕਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ। ਵੈਸੇ ਸਾਨੂੰ ਕੋਈ ਪਤਾ ਨਹੀਂ ਕਿ ਕਿੰਨੇ ਔਰ ਕਦੋਂ ਲਿਖਿਆ ਸੀ। ਅੱਛਾ ਜੀ, ਲੋਕ ਗੀਤਾਂ ਦਾ ਖਿਲਾਰ ਕਿਸ ਤਰ੍ਹਾਂ ਦਾ ਹੁੰਦਾ? ਖਿਲਾਰ ਕਹਿੰਦੇ ਨੇ ਵੁਸਅਤ ਨੂੰ, ਕਿ ਲੋਕ ਗੀਤਾਂ ਵਿੱਚ ਕਿੰਨੀ ਵੁਸਅਤ ਹੈ ਕਿ ਇਹ ਆਪਣੇ ਅੰਦਰ ਹਰ ਅਹਿਦ ਦੀ ਤਾਰੀਖ ਨੂੰ ਮਹਿਫੂਜ਼ ਕੀਤਾ ਹੋਇਆ ਹੈ। ਹਰ ਅਹਿਦ ਦਾ ਜਬਰ, ਕਰਬ, ਜ਼ੁਲਮੋ ਸਿਤਮ ਸਾਨੂੰ ਇਹਨਾਂ ਗੀਤਾਂ ਵਿੱਚ ਨਜ਼ਰ ਆਉਂਦਾ ਹੈ। ਮਿਸਾਲ ਦੇ ਤੌਰ ਤੇ ਇੱਕ ਬੋਲੀ ਬੜੀ ਮਸ਼ਹੂਰ ਹੈ, ਖਾਦਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਯਾਨੀ ਜੋ ਕੁਝ ਤੁਸੀਂ ਖਾ ਲਿਆ, ਪਾ ਲਿਆ ਔਰ ਉਤਾਰ, ਲਾਹੇ ਕਹਿੰਦੇ ਨੇ ਉਤਾਰ ਕੇ ਸੁੱਟ ਦਿੱਤਾ, ਯਾਨੀ ਕੱਪੜਾ ਯੂਜ਼ ਕਰ ਲੈਣਾ, ਖਾ ਲੈਣਾ ਔਰ ਪੀ ਲੈਣਾ। ਖਾਦਾ ਪੀਤਾ ਲਾਹੇ ਦਾ, ਬਾਕੀ ਅਹਿਮਦ ਸ਼ਾਹੇ ਦਾ। ਅਹਿਮਦ ਸ਼ਾਹ ਅਬਦਾਲੀ ਨੇ 9 ਹਮਲੇ ਹਿੰਦੁਸਤਾਨ ਉੱਤੇ ਔਰ ਸਪੈਸ਼ਲੀ ਪੰਜਾਬ ਉੱਤੇ ਕੀਤੇ ਸੀ, ਕਿਉਂਕਿ ਇੱਥੋਂ ਹੀ ਗੁਜ਼ਰ ਕੇ ਜਾਂਦੇ ਸੀ। ਤੇ ਉਸ ਵੇਲੇ ਹਾਲਾਤ ਇਹ ਸੀ ਕਿ ਜੋ ਕੁਝ ਪੰਜਾਬ ਵਿੱਚ ਹੈ ਸੀ ਸਾਰਾ ਲੁੱਟਮਾਰ ਕਰਕੇ ਲੈ ਗਏ। ਸਿਰਫ ਲੋਕਾਂ ਨੂੰ ਉਹੋ ਹੀ ਬਚਤ ਸੀ ਜੋ ਖਾ ਪੀ ਲੈਂਦੇ ਸੀ। ਬਾਕੀ ਤੇ ਉਹਨਾਂ ਨੂੰ ਪਤਾ ਹੁੰਦਾ ਸੀ ਕਿ 6 ਮਹੀਨਾ ਬਾਅਦ ਜਾਂ ਸਾਲ ਬਾਅਦ ਅਹਿਮਦ ਸ਼ਾਹ ਅਬਦਾਲੀ ਆਵੇਗਾ ਤੇ ਲੁੱਟਮਾਰ ਕਰਕੇ ਲੈ ਜਾਏਗਾ। ਸੋ ਗੀਤਾਂ ਵਿੱਚੋਂ ਇਸ ਤਰ੍ਹਾਂ ਇਸ਼ਾਰੇ ਮਿਲ ਜਾਂਦੇ ਨੇ। ਇਹ ਗੀਤ ਸਾਡੇ ਕੋਲ ਹਰ ਤਰ੍ਹਾਂ ਦੇ ਸਹਾਰੇ ਤੋਂ ਬਗੈਰ ਸੀਨਾ ਬਸੀਨਾ ਤੇ ਨਸਲ ਦਰ ਨਸਲ ਮੁੰਤਕਿਲ ਹੁੰਦੇ ਆ ਰਹੇ ਨੇ। ਇਹਨਾਂ ਗੀਤਾਂ ਦਾ ਅਹਿਦ ਮੁਤੱਯਨ ਕਰਨਾ ਨਾਮੁਮਕਿਨ। ਲੋਕ ਗੀਤਾਂ ਦਾ ਮੁਹਾਂਦਰਾ ਸ਼ਕਲੋ ਸੂਰਤ ਕਿਸ ਕਿਸਮ ਦੀ ਹੋਏਗੀ? ਯਾਨੀ ਲੋਕ ਗੀਤਾਂ ਦੇ ਵਿੱਚ ਜਿਹੜਾ ਕਿਸੇ ਇਲਾਕੇ ਦਾ ਖਾਸ ਜੁਗਰਾਫੀਆ ਕਿਸ ਤਰ੍ਹਾਂ ਨਜ਼ਰ ਆਉਂਦਾ ਹੈ। ਅੱਛਾ ਜੀ, ਇਹ ਲੋਕ ਗੀਤ ਜਿਹੜਾ ਕੁਐਸਚਨ ਉਹ ਪੁੱਛਦਾ ਹੈ, ਆਪਣੀ ਰਹਿਤਲ ਬਹਿਤਲ ਵਸੋਂ ਜਾਂ ਤਹਿਜ਼ੀਬੋ ਸਕਾਫਤ ਦੇ ਅਕਾਸ ਹੁੰਦੇ ਨੇ, ਸ਼ੀਸ਼ਾ ਹੁੰਦੇ ਨੇ। ਯਾਨੀ ਲੋਕ ਗੀਤਾਂ ਵਿੱਚੋਂ ਉਸ ਇਲਾਕੇ ਦੀ ਤਹਿਜ਼ੀਬੋ ਸਕਾਫਤ ਵੇਖੀ ਜਾ ਸਕਦੀ ਹੈ। ਲੋਕ ਗੀਤਾਂ ਰਾਹੀਂ ਅਸੀਂ ਨਾ ਸਿਰਫ ਇਲਾਕਾਈ ਜੁਗਰਾਫੀਏ ਤੋਂ ਆਗਾਹ ਹੁੰਦੇ ਹਾਂ, ਸਗੋਂ ਲੋਕਾਂ ਦੀ ਸੋਚ, ਮਿਜ਼ਾਜ, ਰਸਮੋ ਰਿਵਾਜ, ਨਫਸੀਆਤ ਵੀ ਸਮਝਣ ਵਿੱਚ ਮਦਦ ਮਿਲਦੀ ਹੈ। ਇਹ ਕੋਟੇਸ਼ਨ ਹੈ, ਵੇਖ ਲੈਣਾ। ਅੱਛਾ ਜੀ, ਲੋਕ ਗੀਤ ਕਿਉਂ ਜੇ ਸ਼ੀਸ਼ਾ ਹੁੰਦੇ ਨੇ, ਆਇਨਾ ਹੁੰਦੇ ਨੇ। ਤੇ ਆਇਨਾ ਕੀ ਹੁੰਦਾ ਹੈ? ਜੋ ਤੁਸੀਂ ਸਾਹਮਣੇ ਆਇਨੇ ਦੇ ਖੜੇ ਹੋਵੋਗੇ ਉਹ ਤੁਹਾਨੂੰ ਤੁਹਾਡਾ ਅਕਸ ਹੀ ਵਿਖਾਏਗਾ ਨਾ। ਹੁਣ ਪੰਜਾਬ ਦੇ ਗੀਤਾਂ ਵਿੱਚ ਕੀ ਨਜ਼ਰ ਆਉਂਦਾ ਹੈ? ਰੇਗਿਸਤਾਨ ਦਾ ਇਲਾਕਾ, ਦਰਿਆਈ ਇਲਾਕਾ, ਡੈਜ਼ਰਟ ਔਰ ਫਿਰ ਪਹਾੜੀ ਇਲਾਕਾ। ਉਹਦੀ ਕੀ ਵਜ੍ਹਾ ਹੈ? ਕਿਉਂਕਿ ਪੰਜਾਬ ਦੇ ਜੁਗਰਾਫੀਏ ਵਿੱਚ ਦਰਿਆ ਵੀ ਨੇ, ਮੈਦਾਨ ਵੀ ਨੇ, ਡੈਜ਼ਰਟ ਸਹਿਰਾ ਵੀ ਨੇ, ਪਹਾੜ ਵੀ ਨੇ ਔਰ ਖੁੱਲੇ ਖੁੱਲੇ ਮੈਦਾਨੀ ਇਲਾਕੇ ਵੀ ਨੇ। ਸੋ ਉਹ ਸਾਰਾ ਕੁਝ ਗੀਤਾਂ ਵਿੱਚ ਨਜ਼ਰ ਆਉਂਦਾ ਹੈ। ਮਿਸਾਲ ਦੇ ਤੌਰ ਤੇ ਰੇਗਿਸਤਾਨੀ ਇਲਾਕੇ ਦੇ ਗੀਤ ਜਿਹੜੇ ਹੋਣਗੇ ਉਹਨਾਂ ਵਿੱਚ ਸਹਿਰਾ, ਡੈਜ਼ਰਟ, ਝੱਖੜ, ਇਹ ਤੂਫਾਨ ਨੂੰ ਕਹਿੰਦੇ ਨੇ, ਜਿਹੜੀ ਹਨੇਰੀ ਜਾਂ ਆਂधी, ਰੇਤ ਦੇ ਝੱਖੜ, ਰੇਤ ਦੇ ਟੀਲੇ, ਟੀਲੇ ਕਹਿੰਦੇ ਨੇ ਮਤਲਬ ਰੇਤ ਦੇ ਛੋਟੇ ਛੋਟੇ ਪਹਾੜ ਟਾਈਪ। ਨਖਲਿਸਤਾਨ, ਡੈਜ਼ਰਟ ਦੇ ਵਿੱਚ ਕਿਤੇ ਥੋੜੀ ਬਹੁਤ ਜਗ੍ਹਾ ਤੇ ਜਿੱਥੇ ਦਰਖਤ ਉੱਗੇ ਹੋਣ 2-4, ਉਹਨੂੰ ਨਖਲਿਸਤਾਨ ਕਹਿੰਦੇ ਨੇ। ਇਸੇ ਤਰ੍ਹਾਂ ਦਰਿਆ ਔਰ ਸਮੁੰਦਰ ਦੇ ਕਿਨਾਰੇ ਰਹਿਣ ਵਾਲੀਆਂ ਕੌਮਾਂ ਜਿਹੜੀਆਂ ਨੇ, ਉਹਨਾਂ ਦੇ ਗੀਤਾਂ ਵਿੱਚ ਦਰਿਆ, ਲਹਿਰਾਂ, ਤੂਫਾਨ, ਬੇੜੀ, ਪਤਨ ਔਰ ਚੱਪੂ ਜੈਸੇ ਸਿੰਬਲ ਯੂਜ਼ ਕੀਤੇ ਗਏ ਹੁੰਦੇ ਨੇ। ਇਸੇ ਤਰ੍ਹਾਂ ਪਹਾੜੀ ਇਲਾਕੇ ਦੇ ਲੋਕ ਗੀਤਾਂ ਦਾ ਲਹਿਜਾ ਔਰ ਉੱਥੋਂ ਦੇ ਲੋਕਾਂ ਦਾ ਖੁਸ਼ਕ ਮਿਜ਼ਾਜ ਦੱਸ ਦਿੰਦਾ ਹੈ ਕਿ ਇਹ ਪਹਾੜੀ ਇਲਾਕੇ ਦੇ ਲੋਕ ਗੀਤ ਨੇ। ਪੰਜਾਬ ਦੇ ਵਿੱਚ ਚੂੰਕਿ ਸਾਰਾ ਕੁਝ ਮੌਜੂਦ ਹੈ, ਹਰ ਤਰ੍ਹਾਂ ਦਾ ਜੁਗਰਾਫੀਆ ਪੰਜਾਬ ਵਿੱਚ ਮੌਜੂਦ ਹੈ, ਇਸ ਵਾਸਤੇ ਪੰਜਾਬੀ ਲੋਕਾਂ ਵਿੱਚ ਸਾਨੂੰ ਇਹ ਸਾਰੀ ਝਲਕ ਨਜ਼ਰ ਆਉਂਦੀ ਹੈ। ਲੋਕ ਗੀਤਾਂ ਦੀ ਜ਼ਬਾਨ ਕਿਹੜੀ ਹੁੰਦੀ ਹੈ? ਜਿਸ ਇਲਾਕੇ ਦੇ ਲੋਕ ਗੀਤ ਹੋਣਗੇ ਉਹੋ ਹੀ ਜ਼ਬਾਨ ਹੋਏਗੀ। ਹੁਣ ਪੰਜਾਬ ਦੇ ਵਿੱਚ ਚੂੰਕਿ ਪੰਜਾਬੀ ਜ਼ਬਾਨ ਬਹੁਤ ਵੱਡੇ ਸਾਰੇ ਇਲਾਕੇ ਦੀ ਜ਼ਬਾਨ ਹੈ, ਲਿਹਾਜ਼ਾ ਅਸੀਂ ਲੋਕ ਗੀਤਾਂ ਤੋਂ ਗੈਸ ਕਰ ਲੈਂਦੇ ਹਾਂ ਕਿ ਇਹ ਸੈਂਟਰਲ ਪੰਜਾਬ ਦਾ ਗੀਤ ਹੈ, ਇਹ ਪੋਠੋਹਾਰੀ ਇਲਾਕੇ ਦਾ ਗੀਤ ਹੈ, ਇਹ ਸਰਾਈਕੀ ਇਲਾਕੇ ਦਾ ਗੀਤ ਹੈ, ਜਾਂ ਫਿਰ ਇਹ ਸਰਗੋਦਾ ਖੁਸ਼ਾਬ ਸ਼ਾਹਪੁਰੀ ਲਹਿਜੇ ਦਾ ਗੀਤ ਹੈ। ਸਾਨੂੰ ਗੀਤਾਂ ਦਾ ਜ਼ਬਾਨ ਜਾਂ ਲਹਿਜਾ ਦੱਸ ਦਿੰਦਾ ਹੈ ਕਿ ਉਹ ਕਿਸ ਇਲਾਕੇ ਦੀ ਨੁਮਾਇੰਦਗੀ ਕਰ ਰਹੇ ਨੇ। ਲੋਕ ਗੀਤਾਂ ਦੇ ਲਿਖਾਰੀ, ਇਹ ਉੱਤੇ ਤੁਹਾਨੂੰ ਦੱਸ ਦਿੱਤਾ ਕਿ ਕੋਈ ਲਿਖਾਰੀ ਨਹੀਂ ਹੁੰਦਾ, ਬਲਕਿ ਕਿਸੇ ਵੀ ਆਮ ਬੰਦੇ ਦੇ ਕੋਮਲ ਜਜ਼ਬਾਤ ਹੋ ਸਕਦੇ ਨੇ, ਅਹਿਸਾਸਾਤ ਹੋ ਸਕਦੇ ਨੇ, ਦਿਲ ਦੇ ਜਜ਼ਬਾਤ ਹੋ ਸਕਦੇ ਨੇ,
ਜਿਹੜੇ ਉਹਨਾਂ ਦੇ ਮੂੰਹ ਵਿੱਚੋਂ ਨਿਕਲ ਕੇ ਲਫ਼ਜ਼ਾਂ ਦਾ ਰੂਪ, ਅੱਖਰਾਂ ਯਾਨੀ ਲਫ਼ਜ਼ਾਂ ਦਾ ਰੂਪ ਇਖਤਿਆਰ ਕਰ ਲੈਂਦੇ ਨੇ। ਲੋਕ ਗੀਤ ਲੋਕ ਗੀਤਾਂ ਦੀ ਤਖਲੀਕ ਕਿਸੇ ਸ਼ਊਰੀ ਕੋਸ਼ਿਸ਼ ਦਾ ਨਤੀਜਾ ਨਹੀਂ, ਸਗੋਂ ਹੰਢੇ ਵਰਤੇ ਕਹਿੰਦੇ ਨੇ ਇਸਤੇਮਾਲ ਹੋਏ ਪੱਕੇ ਪੀਡੇ ਤਜਰਬਾਕਾਰ ਲੋਕਾਂ ਤੇ ਸਿਆਣਿਆਂ ਦੀ ਸਿਆਣਪ ਦਾ ਮੂੰਹ ਬੋਲਦਾ ਸਬੂਤ ਨੇ। ਲੋਕ ਗੀਤਾਂ ਦੀਆਂ ਕਿਸਮਾਂ, ਲੋਕ ਗੀਤਾਂ ਦੀਆਂ ਕੋਈ 3 ਦਰਜਨ ਦੇ ਕਰੀਬ ਕਿਸਮਾਂ ਨੇ, ਲੇਕਿਨ ਇੱਥੇ ਅਸੀਂ ਸਿਰਫ ਉਹ ਹੀ ਡਿਸਕਸ ਕਰਾਂਗੇ ਜਿਹੜੀਆਂ ਜ਼ਿਆਦਾ ਮਸ਼ਹੂਰ ਨੇ। ਜ਼ਿੰਦਗੀ ਦੇ ਹਰ ਮਤਲਬ ਤਰ੍ਹਾਂ ਦੇ ਮੌਕੇ ਔਰ ਈਵੈਂਟ ਦੇ ਹਵਾਲੇ ਨਾਲ ਲੋਕ ਗੀਤ ਮੌਜੂਦ ਹੈ। ਲੋਰੀ ਯਾਨੀ ਬੱਚੇ ਦੇ ਪੈਦਾ ਹੋਣ ਤੋਂ ਲੈ ਕੇ ਵੈਣ ਯਾਨੀ ਮਰਨ ਤੱਕ ਹਰ ਮੌਕੇ ਦਾ ਗੀਤ ਮੌਜੂਦ ਹੈ। ਵੈਣ ਨੂੰ ਅਸੀਂ ਐਸ ਸੱਚ ਗੀਤ ਕਹਿ ਤੇ ਨਹੀਂ ਸਕਦੇ, ਲੇਕਿਨ ਜਿਸ ਤਰ੍ਹਾਂ ਇਹਦਾ ਅੰਦਾਜ਼ ਹੁੰਦਾ ਔਰ ਜਿਸ ਤਰ੍ਹਾਂ ਬੀਬੀਆਂ ਬੁੱਢੀਆਂ ਕਿਸੇ ਦੀ ਵਫਾਤ ਤੇ ਵੈਣ ਪਾਉਂਦੀਆਂ ਨੇ, ਉਹ ਇਸ ਤਰ੍ਹਾਂ ਹੀ ਲੱਗਦਾ ਕਿ ਇਹ ਵੀ ਕੋਈ ਖਾਸ ਕਿਸੇ ਤਰਨਮ ਜਾਂ ਧੁਨ ਨਾਲ ਗੀਤ ਗਾਇਆ ਜਾ ਰਿਹਾ। ਲੋ ਜੀ, ਸਾਡੇ ਕੋਲ ਜਿਹੜੇ ਸਭ ਤੋਂ ਪਹਿਲਾ, ਸਭ ਤੋਂ ਬੁਨਿਆਦੀ ਆਬਜੈਕਟਿਵ ਦਾ ਸਵਾਲ ਯਾਦ ਰੱਖੋ, ਸਭ ਤੋਂ ਪਹਿਲਾ ਔਰ ਸਭ ਤੋਂ ਬੁਨਿਆਦੀ ਲੋਕ ਗੀਤ ਲੋਰੀ ਹੈ। ਲੋਰੀ ਕੀ ਹੁੰਦੀ ਹੈ? ਛੋਟੀ ਉਮਰ ਦੇ ਬੱਚਿਆਂ ਨੂੰ ਬਹਿਲਾਉਣ ਵਾਸਤੇ, ਚੁੱਪ ਕਰਾਉਣ ਵਾਸਤੇ, ਸਵਾਉਣ ਵਾਸਤੇ ਜਾਂ ਫਿਰ ਅੜੀ ਪਏ ਬਾਲ ਨੂੰ, ਜ਼ਿੱਦ ਕਰ ਰਹੇ ਬੱਚੇ ਨੂੰ ਮਨਾਉਣ ਵਾਸਤੇ ਮਾਂ ਵੱਲੋਂ ਇਹ ਗੀਤ ਗਾਇਆ ਜਾਂਦਾ ਹੈ। ਬਕੌਲ ਅਖਤਰ ਸ਼ੁਮਾਰ ਬੱਚੇ ਦੀ ਮਾਂ, ਭੈਣ ਜਾਂ ਨਾਨੀ ਦਾਦੀ, ਬੱਚੇ ਦੀ ਮਾਂ, ਭੈਣ ਜਾਂ ਨਾਨੀ ਦਾਦੀ ਗੋਦ ਵਿੱਚ ਲੈ ਕੇ ਨਿੱਕੇ ਬਾਲ ਨੂੰ ਸਵਾਣ ਤੇ ਪਰਚਾਉਣ ਲਈ ਜਿਹੜੀ ਹੱਥਾਂ ਨਾਲ ਥਾਪੜੀ ਮਾਰ ਕੇ ਗੀਤ ਗਾਉਂਦੀ ਏ, ਉਹਨੂੰ ਲੋਰੀ ਕਿਹਾ ਜਾਂਦਾ। ਅੱਛਾ ਜੀ, ਲੋਰੀ ਦਾ ਮੁਤਰਨਮ ਆਵਾਜ਼, ਮਧੁਰ ਲੈ ਕਹਿੰਦੇ ਨੇ, ਯਾਨੀ ਹਲਕਾ ਹਲਕਾ ਉਹਦੇ ਵਿੱਚ ਮੌਸੀਕੀਅਤ ਤੋਂ ਇਲਾਵਾ ਮਾਂ ਦੀ ਮਮਤਾ, ਅਨਮੋਲ ਚਾਹਤ, ਫਿਤਰੀ ਮੁਹੱਬਤ, ਦੁਆ, ਸਦਰਾਂ, ਤਮੰਨਾਵਾਂ, ਇਹ ਸਭ ਕੁਝ ਬੱਚੇ ਵਾਸਤੇ ਹੁੰਦੀਆਂ। ਇਹ 2-3 ਲੋਰੀਆਂ ਦੇ ਥੱਲੇ ਨਮੂਨੇ ਨੇ, ਇਹਨੂੰ ਤੁਸੀਂ ਲਿਖ ਸਕਦੇ ਹੋ ਕਿ ਇਹ ਪਹਿਲੀ ਜਿਹੜੀ ਹੈ ਮਜ਼ਹਬੀ ਰੰਗ ਦੀ ਲੋਰੀ ਹੈ। ਅੱਲਾ ਤੂੰ ਵਾਲੀ ਤੂੰ, ਦਿੱਤਾ ਹੀ ਤੇ ਪਾਲੀ ਤੂੰ। ਇਹ ਵਾਲੀ ਦਾ ਮਤਲਬ ਹੁੰਦਾ ਪਾਲਣੇ ਵਾਲਾ, ਕਫਾਲਤ ਕਰਨੇ ਵਾਲਾ, ਵਲੀ। ਇਹ ਅੱਲਾ ਪਾਕ ਤੂੰ ਹੀ ਸਾਡਾ ਸਭ ਕੁਝ ਹੈ, ਤੂੰ ਹੀ ਸਾਡਾ ਪੈਦਾ ਕਰਨ ਵਾਲਾ ਹੈ, ਤੂੰ ਹੀ ਸਾਡਾ ਪਾਲਣ ਵਾਲਾ ਹੈ। ਇਹ ਬੱਚਾ ਜਿਹੜਾ ਤੂੰ ਸਾਨੂੰ ਅਤਾ ਕੀਤਾ ਹੈ, ਤੇਰੀ ਨਿਮਤ ਹੈ, ਤੇਰੀ ਰਹਿਮਤ ਹੈ, ਇਹਦੇ ਪਾਲਣ ਵਾਲਾ ਵੀ ਤੂੰ ਹੀ ਹੈ। ਅੱਛਾ ਜੀ, ਇਸ ਬੋਲੀ ਬਾਰੇ ਤੁਸੀਂ ਗੈਸ ਕਰ ਸਕਦੇ ਹੋ ਕਿ ਇਹ 1000 ਸਾਲ ਤੋਂ ਜ਼ਿਆਦਾ ਕਦੀਮ ਨਹੀਂ, ਕਿਉਂਕਿ ਹਿੰਦੁਸਤਾਨ ਵਿੱਚ ਇਸਲਾਮ ਆਏ ਨੂੰ 1000 ਸਾਲ ਦਾ ਹੀ ਅਰਸਾ ਤਕਰੀਬਨ ਗੁਜ਼ਰਿਆ। ਲੇਕਿਨ ਜਿਹੜੀ ਥਲਵੀਂ ਬੋਲੀ ਹੈ, ਇਹਨੂੰ ਤੁਸੀਂ ਕਹਿ ਸਕਦੇ ਹੋ ਕਿ ਅੱਜ ਤੋਂ 5000 ਸਾਲ ਪਹਿਲੇ ਦੀ ਇੰਡਸ ਸਿਵਲਾਈਜੇਸ਼ਨ ਜਾਂ ਹੜੱਪਾ ਸਿਵਲਾਈਜੇਸ਼ਨ ਜਿਹੜੀ ਸੀ, ਉਹਦੇ ਨਾਲ ਇਹ ਬੋਲੀ ਦਾ, ਇਸ ਲੋਰੀ ਦਾ ਤਾਲੁਕ ਹੈ। ਕਿਸ ਤਰ੍ਹਾਂ? ਵੇਖੋ ਜ਼ਰਾ, ਬੜੀ ਮਾਰੂਫ ਲੋਰੀ ਹੈ, ਤੁਸੀਂ ਸੁਣੀ ਹੋਏਗੀ ਸਾਰਿਆਂ ਨੇ। ਅੱਲੜ ਬੱਲੜ ਪਾਵੇ ਦਾ, ਬਾਵਾ ਕਣਕ ਲਿਆਵੇਗਾ, ਬਾਵੀ ਬਹਿ ਕੇ ਛੱਟੇਗੀ, ਮਾਂ ਪੂਣੀਆਂ ਵੱਟੇਗੀ, ਬਾਵੀ ਮਨ ਪਕਾਵੇਗੀ, ਬਾਵਾ ਬੈਠਾ ਖਾਵੇਗਾ, ਕਾਕਾ ਖਿੜ ਖਿੜ ਹੱਸੇਗਾ। ਅੱਛਾ ਜੀ, ਅੱਲੜ ਬੱਲੜ ਕੀ ਹੈ? ਇਹ ਕੁਝ ਵੀ ਨਹੀਂ, ਇਹਦਾ ਕੋਈ ਲਫ਼ਜ਼ੀ ਮਤਲਬ ਨਹੀਂ ਹੈ, ਸਿਰਫ ਲੋਰੀ ਗੀਤ ਦਾ ਇੱਕ ਸ਼ਨਾਖਤ ਤੇ ਪਛਾਣ ਹੈ। ਬਾਵਾ, ਬਾਬਾ ਜਾਂ ਬਾਵਾ ਫੈਮਿਲੀ ਹੈਡ ਦੇ ਤੌਰ ਤੇ ਇੱਥੇ ਆ। ਫੈਮਿਲੀ ਹੈਡ ਜਿਹੜਾ ਘਰ ਦਾ ਸਰਬਰਾਹ ਹੁੰਦਾ ਹੈ, ਕੌਣ ਹੁੰਦਾ ਹੈ? ਜਿਹੜਾ ਸਾਡਾ ਪੰਜਾਬ ਦਾ ਕੰਬਾਈਨ ਫੈਮਿਲੀ ਸਿਸਟਮ ਸੀ, ਉਹਦੇ ਵਿੱਚ ਦਾਦੇ ਨੂੰ ਅਸੀਂ ਬਾਵਾ ਜਾਂ ਬਾਬਾ ਕਹਿ ਸਕਦੇ ਹਾਂ। ਅੱਛਾ, ਹੁੰਦਾ ਹੀ ਸੀ ਜੀ, ਕੰਬਾਈਨ ਫੈਮਿਲੀ ਸਿਸਟਮ ਦੇ ਵਿੱਚ ਵੱਡੀਆਂ ਵੱਡੀਆਂ ਟੱਬਰਦਾਰੀਆਂ ਹੁੰਦੀਆਂ ਸੀ। ਪਿੰਡਾਂ 'ਚ ਤੁਸੀਂ ਵੇਖੋ ਤੇ ਹੁਣ ਵੀ ਕਈ ਜਗ੍ਹਾ ਤੇ ਇਸ ਤਰ੍ਹਾਂ ਦੀ ਮਿਸਾਲ ਮਿਲ ਜਾਂਦੀ। ਉਹਦੀ ਵਜ੍ਹਾ ਇਹ ਵੇ ਕਿ ਉਸ ਵੇਲੇ ਸਾਇੰਸ ਨੇ ਕੋਈ ਜ਼ਿਆਦਾ ਤਰੱਕੀ ਨਹੀਂ ਸੀ ਕੀਤੀ ਹੋਈ ਤੇ ਅਫਰਾਦੀ ਕੂਵਤ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਸੀ। ਯਾਨੀ ਘਰ ਵਿੱਚ ਜਿੰਨੇ ਅਫਰਾਦ, ਜਿੰਨੇ ਅਹਿਲੇ ਖਾਨਾ ਜ਼ਿਆਦਾ ਹੁੰਦੇ ਸੀ, ਘਰ ਵਿੱਚ ਜਿੰਨੇ ਮਰਦ ਜ਼ਿਆਦਾ ਹੁੰਦੇ ਸੀ, ਉਹਨਾਂ ਕੰਮ ਜ਼ਿਆਦਾ ਨਿਬੜਦਾ ਸੀ। ਜ਼ਰਾਤ ਦੇ ਹਵਾਲੇ ਨਾਲ ਵੀ, ਕੋਈ ਥਾਣਾ ਕਚਹਿਰੀ ਦੇ ਹਵਾਲੇ ਨਾਲ ਵੀ, ਪਰੇ ਪੰਚਾਇਤ ਦੇ ਹਵਾਲੇ ਨਾਲ ਵੀ, ਔਰ ਵੈਸੇ ਵੀ ਹਰ ਕੰਮ ਵਾਸਤੇ ਅਫਰਾਦੀ ਕੂਵਤ ਦੀ ਲੋੜ ਹੁੰਦੀ ਸੀ। ਅਗਰ ਘਰ 'ਚ ਇੱਕ ਹੀ ਬੰਦਾ ਹੋਏਗਾ, ਕਿਸੇ ਦਾ ਇੱਕ ਹੀ ਬੱਚਾ ਹੋਏਗਾ, ਉਹ ਵਾਈ ਬੀਜੀ ਕਰੇਗਾ, ਉਹ ਪਰੇ ਪੰਚਾਇਤਾਂ ਭੁਗਤਾਏਗਾ, ਉਹ ਕੋਰਟ ਕਚਹਿਰੀ ਜਾਏਗਾ, ਉਹ ਕੀ ਕਰੇਗਾ ਇਕੱਲਾ। ਲਿਹਾਜ਼ਾ ਜਿੱਥੇ ਜਿੰਨੇ ਜ਼ਿਆਦਾ ਲੋਕ, ਜਿੰਨੇ ਜ਼ਿਆਦਾ ਭਾਈ ਭਰਾ ਹੁੰਦੇ ਸੀ, ਉਹਨਾਂ ਜ਼ਿਆਦਾ ਉਸ ਫੈਮਿਲੀ ਨੂੰ ਮਜ਼ਬੂਤ ਫੈਮਿਲੀ ਸਮਝਿਆ ਜਾਂਦਾ ਸੀ। ਯਾਨੀ ਉਸ ਵਕਤ ਦੀ ਜ਼ਰੂਰਤ ਸੀ, ਇੰਝ ਕਹਿ ਲਓ। ਅੱਲੜ ਬੱਲੜ ਬਾਵੇ ਦਾ, ਅੱਛਾ ਹੁਣ ਉਹ ਫਿਰ ਜਿਹੜੇ 8 ਜਾਂ 10 ਭਾਈ ਨੇ ਜਾਂ 6 ਭਾਈ ਨੇ, ਸਾਰੇ ਦੇ ਸਾਰੇ ਵਿਆਹੇ ਹੋਏ। ਹੀਰ ਰਾਂਝਾ ਵਿੱਚ ਵੀ ਸਾਨੂੰ ਇਹ ਕਲਚਰ ਪਤਾ ਲੱਗਦਾ ਕਿ 8 ਬੇਟੀਆਂ, 8 ਪੁੱਤਰ 2 ਬੇਟੀਆਂ ਤਿਸਤੀਆਂ ਸਨ। ਵੱਡਾ ਟੱਬਰ ਅਤੇ ਪਰਿਵਾਰ ਆਹਾ, ਯਾਨੀ ਜਿਹੜਾ ਰਾਂਝੇ ਦਾ ਪਿਓ ਸੀ, ਉਹਦੇ 8 ਪੁੱਤਰ ਸੀ ਔਰ 2 ਬੇਟੀਆਂ, 10 ਸੀ ਟੋਟਲ। ਵੱਡਾ ਟੱਬਰ ਔਰ ਵੱਡਾ ਪਰਿਵਾਰ, ਯਾਨੀ ਵੱਡੀ ਫੈਮਿਲੀ ਸੀ।
अच्छा वो सारे फिर अगों विआहे होंदे ने, ਉਹ 8-8 10-10 ਬਹੂਆਂ ਹੁੰਦੀਆਂ ਨੇ, ਘਰ ਦੇ ਕੰਮ ਵੀ ਬਾਸਨ ਤਰੀਕੇ ਨਾਲ ਨਿਬੜਦੇ ਨੇ ਔਰ ਬਾਹਰ ਦੇ ਕੰਮ ਵੀ ਅੱਛੇ ਤਰੀਕੇ ਨਾਲ ਨਿਬੜਦੇ ਨੇ। ਹਾਂ, ਜਿਵੇਂ ਇਹ ਹੁਣ ਸਾਡੀ ਤਰੱਕੀ ਹੋ ਗਈ, 21ਵੀਂ ਸਦੀ ਆ ਗਈ ਤੇ ਅੱਜ-ਕੱਲ੍ਹ ਬੱਚੇ 2 ਹੀ ਅੱਛੇ ਵਾਲਾ ਆ ਗਿਆ। ਅੱਲੜ ਬੱਲੜ ਬਾਵੇ ਦਾ, ਬਾਵਾ ਕਣਕ ਲਿਆਵੇਗਾ। ਅੱਛਾ ਇੱਥੇ ਜਿਹੜਾ ਫੈਮਿਲੀ ਹੈਡ ਏ ਬਾਵਾ, ਬਾਵੇ ਦੀ ਰਿਸਪੋਂਸਿਬਿਲਿਟੀ ਕੀ ਹੈ? ਉਹਨੇ ਆਪਣੇ ਸਾਰੇ ਬੱਚਿਆਂ ਦਾ ਜ਼ਰੀਆ-ਏ-ਮੁਆਸ਼ ਦਾ ਬੰਦੋਬਸਤ ਕਰਨਾ ਹੈ। ਤੁਸੀਂ 30 ਸਾਲ ਪਿੱਛੇ, 20 ਸਾਲ ਪਿੱਛੇ, 50 ਸਾਲ ਪਿੱਛੇ ਚਲੇ ਜਾਓ ਨਾ, ਤੇ 20-20 ਅਫਰਾਦੇ ਖਾਨਾ ਹੁੰਦੇ ਸੀ ਤੇ ਇੱਕ ਬੰਦਾ ਕਮਾਉਣ ਵਾਲਾ ਹੁੰਦਾ ਸੀ ਔਰ ਅੱਛਾ ਖਾਸਾ ਸਿਸਟਮ ਘਰ ਦਾ ਚੱਲਦਾ ਸੀ। ਅੱਜ-ਕੱਲ੍ਹ ਐਸਾ ਕੋਈ ਖੁਦਗਰਜ਼ੀ ਦਾ ਔਰ ਨਸ ਭੱਜ ਔਰ ਨਫਸਾ ਨਫਸੀ ਦਾ ਦੌਰ ਆ ਗਿਆ ਹੈ ਕਿ ਹਰ ਬੰਦੇ ਨੂੰ ਆਪਣੀ-ਆਪਣੀ ਪਈ ਹੋਈ ਹੈ। ਯਾਨੀ ਘਰ ਦੇ ਅਫਰਾਦੇ ਖਾਨਾ ਅਗਰ 10 ਨੇ ਤੇ ਉਹ 10 ਬੰਦੇ ਹੀ ਕੰਮ ਕਰਨਗੇ, ਫਿਰ ਘਰ ਦਾ ਸਿਲਸਿਲਾ ਚੱਲੇਗਾ। ਬਾਵਾ ਕਣਕ ਲਿਆਵੇਗਾ। ਅੱਛਾ ਜੀ, ਬਾਵੇ ਦੀ ਜ਼ਿੰਮੇਦਾਰੀ ਉਹਨੇ ਕਣਕ ਅਰੇਂਜ ਕਰਨੀ ਹੈ। ਕਣਕ ਮੀਨ ਇਹ ਸਟੇਟਸ ਦਾ ਸਿੰਬਲ ਹੈ ਸਾਡਾ, ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ। ਸੋ ਕਣਕ ਜਿਹੜੀ ਹੈ ਉਹ ਘਰ ਵਿੱਚ ਹੋਵੇਗੀ ਤੇ ਸੱਤੇ ਖੈਰਾਂ ਹੋਣਗੀਆਂ। ਬਾਬੇ ਦਾ ਕੰਮ ਹੈ ਜ਼ਰੀਆ ਮੁਆਸ਼ ਯਾਨੀ ਕਣਕ ਦਾ ਬੰਦੋਬਸਤ ਕਰਨਾ। ਬਾਵੀ ਬਹਿ ਕੇ ਛੱਟੇਗੀ। ਅੱਛਾ ਜੀ, ਫੈਮਿਲੀ ਹੈਡ ਖਾਤੂਨ ਯਾਨੀ ਦਾਦੀ ਕਹਿ ਲਓ, ਅਗਰ ਦਾਦੀ ਔਰ ਦਾਦਾ ਫੌਤ ਹੋ ਚੁੱਕੇ ਨੇ ਤੇ ਫਿਰ ਸਭ ਤੋਂ ਵੱਡਾ ਭਾਈ, ਸਭ ਤੋਂ ਵੱਡੀ ਜਿਹੜੀ ਭਰਜਾਈ ਹੁੰਦੀ ਹੈ ਉਹ ਫੈਮਿਲੀ ਹੈਡ ਹੁੰਦੇ ਨੇ। ਬਹਰਹਾਲ ਉਹਦੀ ਜ਼ਿੰਮੇਦਾਰੀ ਕੀ ਹੈ ਕਿ ਉਹ ਬਹਿ ਕੇ ਕਣਕ ਨੂੰ ਛੱਟੇਗੀ, ਉਹਦਾ ਪੀਣ ਬਣਾਏਗੀ, ਗੰਦਮ ਨੂੰ ਪੀਸੇਗੀ ਔਰ ਫਿਰ ਉਹਦੀ ਰੋਟੀ ਪਕਾਵੇਗੀ। ਮਾਂ ਪੂਣੀਆਂ ਵੱਟੇਗੀ। ਅੱਛਾ, ਪੂਣੀਆਂ ਕਹਿੰਦੇ ਨੇ ਜਿਹਨੇ ਚਰਖਾ ਕੱਤਣਾ ਹੁੰਦਾ ਹੈ। ਰੂਈ ਨੂੰ ਵੱਟ ਕੇ ਪੂਣੀ ਬਣਾਈ ਜਾਂਦੀ ਹੈ ਔਰ ਪੂਣੀ ਨੂੰ ਫਿਰ ਚਰਖੇ ਦੀ ਮਦਦ ਨਾਲ ਕੱਤਿਆ ਜਾਂਦਾ ਹੈ। ਵਾਰਸ ਸ਼ਾਹ ਅਸੀਂ ਪੜ੍ਹਿਆ ਸੀ, ਮੈਂ ਉਹਦੀ ਤੁਹਾਨੂੰ ਦੱਸਿਆ ਸੀ ਕਿ ਲੋਕਾਂ ਦੀਆਂ ਸਵੇਰ ਵੇਲੇ ਦੀਆਂ ਮਸਰੂਫੀਆਤ ਕੀ ਹੁੰਦੀਆਂ ਸੀ। ਇੱਕ ਤੇ ਉੱਠ ਕੇ ਆਟੇ ਯਾਨੀ ਚੁੱਲ੍ਹੇ ਚੌਂਕੇ ਵਾਲੇ ਪਾਸੇ ਹੋ ਗਈ, ਉਹਨੇ ਲੱਸੀ ਰਿੜਕਣੀ ਹੈ, ਰੋਟੀ ਪਕਾਣੀ ਔਰ ਸਰਵ ਕਰਨੀ ਹੈ। ਇੱਕ ਜਿਹੜੀ ਘਰ ਦੀ ਖਾਤੂਨ ਹੈ ਯਾਨੀ ਇਸ ਬੱਚੇ ਦੀ ਮਾਂ ਜਿਹੜੀ ਹੈ, ਜਿਹਨੂੰ ਲੋਰੀ ਦਿੱਤੀ ਜਾ ਰਹੀ ਹੈ, ਉਹਦੇ ਜ਼ਿੰਮੇ ਚਰਖਾ ਕੱਤਣਾ ਹੈ। ਸੋ ਉਹਨੇ ਵੀ ਚਰਖਾ ਕੱਤਣਾ ਸ਼ੁਰੂ ਕਰ ਦਿੱਤਾ। ਬਾਵੀ ਮਨ ਪਕਾਵੇਗੀ। ਬਾਵੀ ਨੇ ਕਣਕ ਛੱਟ ਕੇ, ਸਾਫ਼ ਕਰਕੇ, ਉਹਦਾ ਪੀਣ ਬਣਾ ਕੇ, ਉਹਨੂੰ ਪੀਸ ਕੇ ਚੱਕੀ ਉੱਤੇ ਆਟਾ ਗੁੰਨਿਆ ਹੈ ਔਰ ਹੁਣ ਰੋਟੀ ਪਕਾ ਰਹੀ ਹੈ। ਬਾਵਾ ਬੈਠਾ ਖਾਵੇਗਾ ਔਰ ਬਾਵੇ ਨੂੰ ਉਹਨੇ ਸਭ ਤੋਂ ਪਹਿਲੇ ਸਰਵ ਕੀਤੀ ਹੈ। ਕਾਕਾ ਖਿੜ-ਖਿੜ ਹੱਸੇਗਾ। ਬੱਚਾ ਖਿੜ-ਖਿੜ ਹੱਸੇ। ਹੁਣ ਤੁਸੀਂ ਇਹ ਦੱਸੋ, ਬੱਚੇ ਦਾ ਰੋਟੀ ਨਾਲ ਕੋਈ ਤਅੱਲਕ ਨਹੀਂ, ਉਹਨੇ ਦੁੱਧ ਪੀਣਾ ਸਿਰਫ। ਸੋ ਹੈ ਲੋਰੀ ਏ, ਬੱਚਾ ਜਿਹੜੀ ਮਾਂ ਚਰਖਾ ਕੱਤ ਰਹੀ ਉਹਦੇ ਕੋਲ ਬੈਠਾ ਹੈ, ਉਹਦੀ ਗੋਦੀ ਵਿੱਚ ਬੈਠਾ ਹੈ, ਉਹ ਉਹਨੂੰ ਬਹਿਲਾ ਰਹੀ ਹੈ, ਲੋਰੀ ਦੇ ਰਹੀ ਹੈ ਔਰ ਉਹਦੇ ਜ਼ਰੀਏ ਉਹਨੇ ਪੂਰੇ ਪੰਜਾਬ ਦੀ ਜਿਹੜੀ ਤਹਿਜ਼ੀਬੋ ਸਕਾਫਤ ਏ, ਲੋਕਾਂ ਦੀ ਮੁਆਸ਼ਰਤ ਏ, ਰਹਿਣ-ਸਹਿਣ ਦਾ ਅੰਦਾਜ਼ ਏ, ਉਹ ਬਿਆਨ ਕਰ ਦਿੱਤਾ ਏ। ਹੁਣ ਇਸ ਲੋਰੀ ਨੂੰ ਅਸੀਂ ਕਹਿ ਸਕਦੇ ਹਾਂ ਕਿ ਇਹ ਉਦੋਂ ਦੀ ਏ ਜਦੋਂ ਦਾ ਇਨਸਾਨ ਪੰਜਾਬ ਵਿੱਚ ਆਬਾਦ ਏ। ਇਹਨੂੰ ਅਸੀਂ ਹੜੱਪਾਈ ਤਹਿਜ਼ੀਬ ਨਾਲ ਲਿੰਕ ਕਰ ਸਕਦੇ ਹਾਂ। ਨੈਕਸਟ ਜੀ, ਦੂਸਰਾ ਗੀਤ ਬੋਲੀਆਂ। ਜਨਰਲ ਨੌਲੇਜ ਦਾ ਕੁਐਸਚਨ ਯਾਦ ਰੱਖੋ, ਤੁਹਾਡੇ ਆਬਜੈਕਟਿਵ ਵਿੱਚ ਵੀ ਪੁੱਛਿਆ ਜਾ ਸਕਦਾ। ਪੰਜਾਬੀ ਦੇ ਸਿਰਫ 2 ਗੀਤ ਐਸੇ ਨੇ ਜਿਨ੍ਹਾਂ ਦੀ ਖਾਸ ਫਾਰਮ ਹੈ। ਫਾਰਮ ਯਾਨੀ ਹੈਅਤ ਹੈ, ਉਹਨਾਂ ਦੀ ਖਾਸ ਬਨਾਵਟ ਹੈ। ਉਹ ਹਮੇਸ਼ਾ ਉਸੇ ਹੀ ਬਨਾਵਟ ਵਿੱਚ ਲਿਖੇ ਜਾਣਗੇ। ਉਹ ਕਿਹੜੇ ਨੇ? ਇੱਕ ਬੋਲੀ, ਇਹ ਸਿਰਫ ਇੱਕ ਲਾਈਨ ਦਾ ਗੀਤ ਹੁੰਦਾ ਹੈ। ਇਹਦੀ ਸਭ ਤੋਂ ਵੱਡੀ ਪਹਿਚਾਣ ਹੈ। ਇਹਦਾ ਖਾਸ ਵਜ਼ਨ ਹੁੰਦਾ ਹੈ ਔਰ ਸਿਰਫ ਇੱਕ ਲਾਈਨ ਵਿੱਚ ਇਹਨੂੰ ਲਿਖਿਆ ਜਾਂਦਾ ਹੈ। ਵੇਖ ਲਓ, ਇਹ 5-7 ਬੋਲੀਆਂ ਅਲੱਗ-ਅਲੱਗ ਲਿਖੀ ਦੀਆਂ ਔਰ ਸਿਰਫ ਇੱਕ ਲਾਈਨ ਦੀਆਂ ਨੇ। ਇਸੇ ਤਰ੍ਹਾਂ ਮਾਹੀਆ ਦੂਸਰਾ ਹੈ ਜਿਹੜਾ 1.5 ਮਿਸਰੇ ਦਾ ਗੀਤ ਹੁੰਦਾ ਹੈ। ਇਹਦੇ ਵਿੱਚ ਹਰ ਗੀਤ 1.5 ਮਿਸਰੇ ਦਾ। ਬਾਕੀ ਜਿੰਨੇ ਵੀ ਗੀਤ ਨੇ 36 ਜਾਂ 34, ਉਹ ਸਾਰੇ ਦੇ ਸਾਰੇ ਉਹਨਾਂ ਦੀ ਕੋਈ ਹੈਅਤ ਨਹੀਂ ਹੈ, ਕੋਈ ਫਾਰਮ ਨਹੀਂ ਹੈ। ਉਹ 2 ਲਾਈਨਾਂ ਤੋਂ ਲੈ ਕੇ 30-30 ਲਾਈਨਾਂ ਵਿੱਚ ਵੀ ਲਿਖੇ ਜਾ ਸਕਦੇ ਨੇ। ਲੇਕਿਨ ਇਹ ਤੁਸੀਂ ਵੇਖੋਗੇ, ਬੋਲੀ ਤੇ ਮਾਹੀਆ ਹਮੇਸ਼ਾ ਇੱਕੋ ਹੀ ਵਜ਼ਨ ਵਿੱਚ ਲਿਖੇ ਜਾਂਦੇ ਨੇ। ਬੋਲੀ ਦਾ 1 ਮਿਸਰਾ ਹੁੰਦਾ ਹਮੇਸ਼ਾ ਔਰ ਮਾਹੀਏ ਦਾ 1.5 ਮਿਸਰਾ। ਇਹ ਵੇਖੋ, ਪਹਿਲਾ ਅੱਧਾ ਮਿਸਰਾ ਔਰ ਅੱਗੇ ਫਿਰ ਇਹ ਪੂਰਾ ਮਿਸਰਾ 1.5 ਮਿਸਰੇ ਵਿੱਚ ਗੀਤ ਹੁੰਦਾ ਜੀ। ਬੋਲੀ ਕੀ ਹੁੰਦੀ ਹੈ? ਬੋਲੀ ਗੀਤ ਸਦਾ ਸੁਹਾਗਣ ਧਰਤੀ ਹੈ ਪੰਜਾਬ ਦੀ ਔਰ ਇੱਥੋਂ ਦਾ ਜਿਹੜਾ ਫੇਵਰਟ ਗੀਤ ਹੈ ਉਹ ਬੋਲੀ ਹੈ। ਬੋਲੀ ਵਿੱਚ ਬੜਾ ਜ਼ੋਰਦਾਰ ਕਿਸਮ ਦਾ ਗੀਤ ਹੈ ਕਿਉਂਕਿ ਸਿਰਫ ਇੱਕ ਲਾਈਨ ਦੇ ਵਿੱਚ ਸਾਰੀ ਗੱਲਬਾਤ ਕਰਨੀ ਹੁੰਦੀ ਹੈ। ਇਹਦਾ ਲਫ਼ਜ਼ੀ ਮਤਲਬ, ਬੋਲੀ ਲਫ਼ਜ਼ ਦਾ ਲਫ਼ਜ਼ੀ ਮਤਲਬ ਹੈ ਕੌਲ, ਗੱਲਬਾਤ, ਆਖੀ ਹੋਈ ਗੱਲ। ਲੇਕਿਨ ਐਜ਼ ਏ ਟਰਮ, ਇਸਤਲਾਹ ਕਹਿੰਦੇ ਨੇ ਟਰਮ ਨੂੰ। ਇਹਦੇ ਤੋਂ ਮੁਰਾਦ ਉਹ ਯਕ ਮਿਸਰੀ ਨਜ਼ਮ ਹੈ, ਯਾਨੀ ਸਿਰਫ ਇੱਕ ਮਿਸਰੇ ਦੀ ਨਜ਼ਮ ਹੈ ਜਿਹਦੇ ਵਿੱਚ ਜਜ਼ਬਿਆਂ ਦਾ ਹੜ ਮੌਜੂਦ ਹੈ। ਬੁੰਤਰ ਬਨਾਵਟ ਨੂੰ ਕਹਿੰਦੇ ਨੇ, ਫਾਰਮ ਨੂੰ ਕਹਿੰਦੇ ਨੇ, ਹੈਅਤ ਨੂੰ ਕਹਿੰਦੇ ਨੇ। ਹੈਅਤ ਦੇ ਇਤਬਾਰ ਨਾਲ ਬੋਲੀ ਮੁਖਤਸਰ ਤਰੀਨ ਲੋਕ ਗੀਤ ਹੈ
ਤੇ ਬੋਲੀਆਂ ਘੜਨ ਵਾਲੇ ਆਮ ਕਰਕੇ ਗੱਭਰੂ ਜਵਾਨ ਹੁੰਦੇ ਨੇ, ਪਰ ਇਹਦਾ ਇਹ ਮਤਲਬ ਨਹੀਂ ਕਿ ਇਹਦੇ ਵਿੱਚ ਸਿਰਫ ਗੱਭਰੂਆਂ ਦੀ ਜਜ਼ਬਾਤ ਨਿਗਾਰੀ ਹੋਵੇ, ਬਲਕਿ ਬੋਲੀਆਂ ਵਿੱਚ ਹਰ ਤਰ੍ਹਾਂ ਦੇ ਮੌਜੂ ਬਿਆਨ ਕੀਤੇ ਜਾ ਸਕਦੇ ਨੇ। ਮਿਸਾਲ ਦੇ ਤੌਰ ਤੇ ਹੁਣ ਤਹਿਜ਼ੀਬੋ ਸਕਾਫਤ ਦੀ ਨੁਮਾਇੰਦਾ ਬੋਲੀ ਹੈ, ਸਾਡਾ ਦੇਸ਼ ਸੁਹਾਗਣ ਸਾਰਾ, ਚੱਪੇ ਚੱਪੇ ਖੂਹ ਵਗਦੇ। ਯਾਨੀ ਪਹਿਲੇ ਕੂਏ ਖੂਹ ਖੋਦ ਕੇ ਉਹਦੇ ਵਿੱਚੋਂ ਜਾਨਵਰਾਂ ਦੇ ਜ਼ਰੀਏ ਪਾਣੀ ਕੱਢ ਕੇ ਫਸਲਾਂ ਉਗਾਈਆਂ ਜਾਂਦੀਆਂ ਸੀ। ਉਹ ਸੁਹਾਗਣ ਕਹਿੰਦੇ ਨੇ ਉਸ ਔਰਤ ਨੂੰ ਜਿਹਦਾ ਖਾਵੰਦ ਜ਼ਿੰਦਾ ਹੋਏ। ਇੱਥੇ ਮੁਰਾਦ ਹੈ ਦੇਸ਼ ਸੁਹਾਗਣ ਤੋਂ ਮੁਰਾਦ ਹੈ ਕਿ ਦੇਸ਼ ਸੁਹਾਗਣ ਸਾਰੇ ਦਾ ਸਾਰਾ ਆਬਾਦ ਹੈ, ਕਿਉਂਕਿ ਇੱਥੇ 5 ਦਰਿਆ ਨੇ ਔਰ 5 ਦਰਿਆ ਦੀ ਵਜ੍ਹਾ ਤੋਂ ਪਾਣੀ ਦੀ ਫਰਾਵਾਨੀ ਹੈ। ਤੁਹਾਨੂੰ ਪਤਾ ਹੈ ਨਾ ਕਿ ਦਰਿਆ ਬਹਿ ਰਹੇ ਹੋਣ ਤੇ ਜ਼ਮੀਨ ਦਾ ਵਾਟਰ ਲੈਵਲ ਅਪ ਹੁੰਦਾ ਹੈ। ਇਹ ਦਰਿਆ ਚੂੰਕਿ ਸਾਡੇ ਹੁਣ ਸੁੱਕ ਗਏ ਨੇ, ਖੁਸ਼ਕ ਹੋ ਗਏ ਨੇ, ਤੇ ਦਿਨ ਬ ਦਿਨ ਵਾਟਰ ਲੈਵਲ ਵੀ ਡਾਊਨ ਹੁੰਦਾ ਜਾ ਰਿਹਾ ਹੈ। ਇਹ ਜਿਹੜੇ ਡੈਮ ਔਰ ਦੂਸਰਾ ਤੀਸਰਾ ਪਾਣੀ ਜ਼ਖੀਰਾ ਕੀਤਾ ਜਾਂਦਾ ਹੈ, ਇਹਦਾ ਮਤਲਬ ਵੀ ਇਹ ਹੁੰਦਾ ਹੈ, ਮਕਸਦ ਇਹ ਹੁੰਦਾ ਹੈ, ਇੱਕ ਤੇ ਜਿਹੜਾ ਬਾਰਿਸ਼ੀ ਪਾਣੀ ਹੈ, ਜਿਹੜਾ ਗਲੇਸ਼ੀਅਰਸ ਪਿਘਲ ਕੇ ਆ ਰਹੇ ਨੇ, ਉਹ ਮਹਿਫੂਜ਼ ਕੀਤਾ ਜਾਏ, ਔਰ ਦੂਸਰਾ ਜ਼ਮੀਨ ਦਾ ਵਾਟਰ ਲੈਵਲ ਅਪ ਰਵੇ। ਸੋ ਇੱਥੇ ਉਹ ਕਹਿ ਰਿਹਾ ਸਾਡਾ ਸਾਰਾ ਦੇਸ਼ ਸੁਹਾਗਣ ਹੈ। ਕਿਉਂ ਸੁਹਾਗਣ ਹੈ? ਕਿਉਂਕਿ ਪਾਣੀ ਦੀ ਫਰਾਵਾਨੀ ਹੈ ਔਰ ਚੱਪੇ ਚੱਪੇ ਉੱਤੇ ਖੂਹ ਵਗ ਰਹੇ ਨੇ। 3 ਰੰਗ ਨਹੀਂ ਭੁੱਲਦੇ, ਮਾਪੇ, ਹੁਸਨ, ਜਵਾਨੀ। ਜ਼ਿੰਦਗੀ ਦੇ ਇਹ 3 ਰੰਗ, ਮਾਂ ਪਿਓ, ਹੁਸਨ ਔਰ ਜਵਾਨੀ, ਬੰਦਾ ਸਾਰੀ ਜ਼ਿੰਦਗੀ ਯਾਦ ਕਰਦਾ। ਜੱਗੇ ਮੁੱਛ ਨੂੰ ਮਰੋੜਾ ਦਿੱਤਾ, ਪਿੰਡ ਦੀ ਪੰਚਾਇਤ ਟੁੱਟ ਗਈ। ਇਹ ਹੁਣ ਸੈਕੰਡ ਵਰਲਡ ਵਾਰ ਦੇ ਦੌਰਾਨ ਜਾਂ ਅੰਗਰੇਜ਼ ਦੌਰ ਦਾ ਕਰੈਕਟਰ ਹੈ ਜੱਗਾ। ਜੱਗਾ ਡਾਕੂ ਸੀ। ਇਹਦੇ ਉੱਤੇ ਕਈ ਪੰਜਾਬੀ ਮੂਵੀਜ਼ ਵੀ ਬਣੀਆਂ ਹੋਈਆਂ ਨੇ, ਔਰ ਉਹਦੀ ਇੰਨੀ ਦਹਿਸ਼ਤ ਸੀ ਕਿ ਅੰਗਰੇਜ਼ ਵੀ ਉਹਦੇ ਕੋਲੋਂ ਡਰਦੇ ਸੀ। ਜੱਗੇ ਮੁੱਛ ਨੂੰ ਮਰੋੜਾ ਦਿੱਤਾ। ਜਗਜੀਤ ਸਿੰਘ ਜੱਗਾ? ਨਹੀਂ ਜੀ ਨਹੀਂ, ਜੱਗਾ ਨਾਂ ਸੀ ਉਹਦਾ। ਜਗਜੀਤ ਸਿੰਘ ਤੇ ਹੁਣ ਦਾ ਕਰੈਕਟਰ ਹੈ। ਤੁਸੀਂ ਲੋਕ ਉਹ ਜਿਨ੍ਹਾਂ ਲੈਲਪੁਰ ਤੇ ਹਮਲਾ ਕੀਤਾ ਹੈ। ਜੀ 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 ਜੀ, ਉਹੀ ਜਗਜੀਤ ਸਿੰਘ ਨਾਂ ਹੈ ਉਹਦਾ। ਮੈਂ ਇੱਕ ਤੋਂ ਬੋਲੀ ਲੋਕੀ ਉਹ ਜਿਹੜੇ ਦੱਸਦੇ ਨੇ ਜਗਜੀਤ ਸਿੰਘ ਜੱਗੇ ਦਾ ਨਾਂ ਤੋਂ ਆਂਦੇ ਨੇ, ਅੱਛਾ ਜੱਗਾ ਜੀ, ਮਸ਼ਹੂਰ ਨਾਂ ਹੈ। ਹਾਂ ਜੱਗਾ ਮਸ਼ਹੂਰ ਸੀ, ਪਰ ਮੇ ਵੀ ਹੋ ਸਕਦਾ ਉਹਦਾ ਅਸਲ ਨਾਂ ਜਗਜੀਤ ਸਿੰਘ ਹੀ ਹੋਵੇ। ਠੀਕ ਹੈ, ਉਹੀ ਹੈ, ਲਾਇਲਪੁਰ ਦਾ ਹੀ ਹੈ ਕਰੈਕਟਰ। ਔਰ ਇਹਦੀ ਬਹਾਦਰੀ ਇੰਨੀ ਜ਼ਿਆਦਾ ਸੀ ਕਿ ਅੰਗਰੇਜ਼ ਵੀ ਇਹਦੇ ਕੋਲੋਂ ਖੌਫਜ਼ਦਾ ਸੀ। ਜੱਗੇ ਮੁੱਛ ਨੂੰ ਮਰੋੜਾ ਦਿੱਤਾ, ਯਾਨੀ ਮੁੱਛ ਨੂੰ ਮਰੋੜਾ ਦੇਣ ਤੋਂ ਮੁਰਾਦ ਹੈ ਕਿ ਇਹਦਾ ਇੰਨੀ ਦਹਿਸ਼ਤ ਸੀ, ਇੰਨਾ ਰੋਬ ਸੀ ਕਿ ਉਹ ਜਿੱਥੇ ਜਾਂਦਾ ਸੀ ਪਿੰਡ ਦੀ ਪੰਚਾਇਤ ਟੁੱਟ ਗਈ। ਪਿੰਡ ਦੇ ਪੰਚਾਇਤੀ ਮੈਂਬਰ ਵੀ ਜਿਹੜੇ ਨੇ ਉਹਦੇ ਤੋਂ ਡਰਦੇ ਸੀ। ਹਾਲਾਂਕਿ ਪੰਚਾਇਤ ਦੀ ਬੜੀ ਤਾਕਤ ਹੁੰਦੀ ਹੈ, ਪੰਚਾਇਤ ਜਿਹੜਾ ਫੈਸਲਾ ਕਰਦੇ ਉਹ ਅਟਲ ਹੁੰਦਾ ਹੈ, ਲੇਕਿਨ ਉਹ ਕਹਿੰਦਾ ਪੰਚਾਇਤ ਵੀ ਜੱਗੇ ਤੋਂ ਖੌਫਜ਼ਦਾ ਹੁੰਦੀ ਸੀ। ਤੇਰੇ ਲੌਂਗ ਦਾ ਪਿਆ ਲਸ਼ਕਾਰਾ। ਲੌਂਗ ਕਹਿੰਦੇ ਨੇ ਨੱਕ ਦੇ ਵਿੱਚ ਜ਼ੇਵਰ ਜਿਹੜਾ ਕੋਕਾ ਪਾਇਆ ਜਾਂਦਾ, ਉਹਨੂੰ ਲੌਂਗ ਕਹਿੰਦੇ ਨੇ। ਤੇਰੇ ਲੌਂਗ ਦਾ ਪਿਆ ਲਸ਼ਕਾਰਾ, ਹਾਲੀਆਂ ਨੇ ਹੱਲ ਡੱਕ ਲਏ, ਹੱਲ ਵਾਹੁਣ ਵਾਲਿਆਂ ਨੇ ਆਪਣੇ ਹੱਲ ਰੋਕ ਲਏ। ਉੱਥੇ ਲੱਗਦੇ ਕਿੱਕਰਾਂ ਨੂੰ ਮੋਤੀ, ਜਿੱਥੋਂ ਮੇਰਾ ਵੀਰ ਲੰਘਦਾ। ਭਾਈ ਦੀ ਮੁਹੱਬਤ ਦਾ ਇਜ਼ਹਾਰ ਇੱਕ ਭੈਣ ਕਰ ਰਹੀ ਏ। ਕਿੱਕਰਾਂ ਉੱਤੇ ਹਾਲਾਂਕਿ ਕੰਡੇ ਹੁੰਦੇ ਨੇ, ਲੰਬੇ ਲੰਬੇ ਕੰਡੇ ਹੁੰਦੇ ਨੇ। ਕਹਿੰਦੇ ਮੇਰਾ ਭਾਈ ਜਿੱਥੋਂ ਦੀ ਗੁਜ਼ਰ ਜਾਏ ਇੱਕ ਵਾਰੀ, ਉੱਥੇ ਹਰ ਪਾਸੇ ਬਹਾਰ ਆ ਜਾਂਦੀ ਏ, ਕਿੱਕਰਾਂ ਨੂੰ ਵੀ ਉੱਥੇ ਮੋਤੀ ਲੱਗ ਜਾਂਦੇ ਨੇ। ਕਿਤੇ ਟੱਕਰੇ ਤੇ ਹਾਲ ਸੁਣਾਵਾਂ, ਦੁੱਖਾਂ ਵਿੱਚ ਜਿੰਦ ਰੁੱਲ ਗਈ। ਬਹੁਤ ਖੂਬਸੂਰਤ ਬੋਲੀ ਹੈ। ਕਿਸੇ ਦਾ ਬੜਾ ਅੱਛਾ ਵਕਤ ਗੁਜ਼ਰਿਆ ਹੋਏ, ਫਿਰ ਅਚਾਨਕ ਕਿਸੇ ਵਜ੍ਹਾ ਤੋਂ ਬ੍ਰੇਕਅਪ ਹੋ ਜਾਏ, ਫਿਰ ਅਚਾਨਕ ਕਦੀ ਸਾਹਮਣੇ ਹੋ ਆਮਣਾ ਸਾਹਮਣਾ ਹੋ ਜਾਏ, ਉਹਨੂੰ ਟੱਕਰਨਾ ਕਹਿੰਦੇ ਨੇ। ਕਿਤੇ ਟੱਕਰੇ ਤੇ ਹਾਲ ਸੁਣਾਵਾਂ ਕਿ ਤੇਰੇ ਬਗੈਰ ਦੁੱਖਾਂ ਵਿੱਚ ਮੇਰੀ ਜ਼ਿੰਦਗੀ ਰੁੱਲ ਗਈ ਹੈ, ਬਰਬਾਦ ਹੋ ਗਈ। ਮੁੰਡਾ ਮੋਹ ਲਿਆ ਤਵੀਤਾਂ ਵਾਲਾ, ਦਮੜੀ ਦਾ ਸੱਕ ਮਲ ਕੇ। ਬਹੁਤ ਖੂਬਸੂਰਤ ਹੈ ਜੀ ਇਹ ਸਾਡੀ ਜਿਹੜੀ ਕਲਚਰਲ ਬੋਲੀ ਹੈ। ਅਸੀਂ ਹੀਰ ਵਾਰਿਸ ਸ਼ਾਹ ਦਾ ਬੰਦ ਪੜ੍ਹਿਆ ਸੀ ਨਾ, ਉਹ ਜਿਹਦੇ ਵਿੱਚ ਵਾਲੇ ਕੋਕਲੇ ਮੁੰਦਰੇ, ਮੱਝ ਲੂੰਗੀ ਨਵਾਂ ਠਾਠ ਤੇ ਠਾਠ ਚੜਾਇਆ। ਇਹ ਤਵੀਤ ਜਿਹੜਾ ਹੈ, ਇਹ ਵੀ ਉਹ ਗਲੇ ਵਿੱਚ ਪਾਇਆ ਹੋਇਆ ਸੋਨੇ ਦਾ ਬਣਿਆ ਜ਼ੇਵਰ ਹੈ, ਜਿਹਨੂੰ ਕੈਂਠਾ ਕਹਿੰਦੇ ਸੀ। ਤਵੀਤ ਵੀ ਕਹਿੰਦੇ ਸੀ, ਕੈਂਠਾ ਵੀ ਕਹਿੰਦੇ ਸੀ। ਉਸ ਵੇਲੇ ਔਰਤਾਂ ਦੇ ਨਾਲ ਮਰਦ ਹਜ਼ਰਾਤ ਵੀ ਸੋਨੇ ਦੀ ਜਿਊਲਰੀ ਇਸਤੇਮਾਲ ਕਰਦੇ ਸੀ, ਕਿਉਂਕਿ ਫਰਾਵਾਨੀ ਸੀ ਰਿਜ਼ਕ ਦੀ, ਖਾਣ ਪੀਣ ਦੀ, ਲੋਕੀ ਸੌਖੇ ਸੀ, ਅਫੋਰਡ ਕਰਦੇ ਸੀ। ਔਰਤਾਂ ਤੇ ਜ਼ੇਵਰ ਪਾਉਂਦੀਆਂ ਹੀ ਨੇ, ਮਰਦ ਹਜ਼ਰਾਤ ਵੀ। ਕੰਨਾਂ ਵਿੱਚ ਵੀ ਉਹ ਵਾਲੇ ਹੁੰਦੇ ਸੀ, ਹੱਥਾਂ ਵਿੱਚ ਕੜੇ ਹੁੰਦੇ ਸੀ, ਕੈਂਠੇ ਹੁੰਦੇ ਸੀ। ਇਹ ਸਾਰੇ ਜ਼ੇਵਰਾਤ ਇਸਤੇਮਾਲ ਕਰਦੇ ਸੀ। ਤਵੀਤਾਂ ਵਾਲੇ ਮੁੰਡੇ ਤੋਂ ਮੁਰਾਦ ਹੈ ਖਾਂਦੇ ਪੀਂਦੇ ਘਰ ਦਾ ਮੁੰਡਾ। ਦਮੜੀ ਦਾ ਸੱਕ ਮਲ ਕੇ, ਹੁਣ ਇੱਥੇ ਔਰਤਾਂ ਦੀ ਖੂਬਸੂਰਤੀ ਵੱਲ ਇਸ਼ਾਰਾ ਹੈ। ਸੱਕ ਕਹਿੰਦੇ ਨੇ ਦਾਤਣ ਨੂੰ। ਅਖਰੋਟ ਦੇ ਛਿਲਕੇ ਦੀ ਦਾਤਣ ਹੁੰਦੀ ਹੈ, ਤੇ ਉਹਦੇ ਮਲਣ ਨਾਲ ਇਹ ਹੁੰਦਾ ਕਿ ਇੱਕ ਤੇ ਦੰਦ ਵੀ ਸਾਫ਼ ਹੋ ਜਾਂਦੇ ਨੇ, ਔਰ ਦੂਸਰਾ ਹੋਂਠ ਸੁਰਖ ਹੋ ਜਾਂਦੇ ਨੇ, ਰੰਗ ਚੜ ਜਾਂਦਾ। ਦਮੜੀ ਕਹਿੰਦੇ ਨੇ ਪੈਨੀ, ਯਾਨੀ ਬਿਲਕੁਲ ਥੋੜੀ ਜਿਹਾ ਮੁੱਲ, ਸਸਤੀ ਚੀਜ਼। ਅੱਜ ਕੱਲ੍ਹ ਵੀ ਤੁਸੀਂ ਦਾਤਣ ਲਓ ਤੇ 20 ਰੁਪਏ ਦੀ ਉਹ ਕਾਫੀ ਸਾਰੀ ਦਾਤਣ ਮਿਲ ਜਾਂਦੀ, ਜਿਹੜੀ 6 ਮਹੀਨੇ ਚੱਲਦੀ ਰਹਿੰਦੀ। ਦਮੜੀ ਦਾ ਸੱਕ ਮਲ ਕੇ, ਯਾਨੀ ਉਸ ਵੇਲੇ ਜਿਹੜੀਆਂ ਕੁੜੀਆਂ ਸੀ, ਔਰਤਾਂ ਸੀ, ਇੰਨੀਆਂ ਖੂਬਸੂਰਤ ਸੀ, ਨੇਚਰਲ ਉਹਨਾਂ ਦੀ ਬਿਊਟੀ ਸੀ ਕਿ ਉਹਨਾਂ ਨੂੰ ਕਿਸੇ ਕਿਸਮ ਦੇ ਆਰਟੀਫਿਸ਼ੀਅਲ ਮੇਕਅਪ ਦੀ ਲੋੜ ਨਹੀਂ ਸੀ ਹੁੰਦੀ। ਸਿਰਫ ਉਹ ਇੱਕ ਸੱਕ ਮਲਣ ਨਾਲ
ਉਹਨਾਂ ਦਾ ਹੁਸਨ ਦੁਬਾਲਾ ਹੋ ਜਾਂਦਾ ਸੀ ਔਰ ਖਾਂਦੇ ਪੀਂਦੇ ਘਰਾਂ ਦਾ ਮੁੰਡਾ ਇਸ ਤਰ੍ਹਾਂ ਅਟਰੈਕਟ ਕਰ ਲੈਂਦੀਆਂ ਸੀ ਔਰਤਾਂ। ਮਾਈਆ ਡੇਢ ਮਿਸਰੇ ਦਾ ਗੀਤ ਔਰ ਇਸ ਮਿਸਰੇ ਇਸ ਗੀਤ ਦਾ ਖਾਸ ਮੌਜੂ ਹਿਜਰ ਤੇ ਫਿਰਾਕ, ਜੁਦਾਈ। ਇਹ ਨਹੀਂ ਕਿ ਇਹਦੇ ਚ ਹੋਰ ਖੁਸ਼ੀ ਵਾਲੇ ਮਾਈਏ ਨਹੀਂ ਹੈ, ਉਹ ਵੀ ਹੈ ਨੇ, ਲੇਕਿਨ ਖਾਸ ਤੌਰ ਤੇ ਇਹਦੇ ਵਿੱਚ ਜਿਹੜਾ ਹੈ ਨਾ ਉਹ ਹਿਜਰ ਔਰ ਫਿਰਾਕ ਦੇ ਜਜ਼ਬਾਤ ਬਿਆਨ ਹੁੰਦੇ ਨੇ ਔਰ ਇਹ ਔਰਤਾਂ ਵੱਲੋਂ ਆਪਣੇ ਮਹਿਬੂਬ ਨੂੰ ਮੁਖਾਤਬ ਕਰਕੇ ਪਿਆਰ ਮੁਹੱਬਤ ਦਾ ਇਜ਼ਹਾਰ ਕਰਨ ਵਾਲਾ ਗੀਤ ਹੈ। ਇਹਦੇ ਓਰੀਜਨ ਬਾਰੇ ਦੱਸਦੇ ਨੇ ਕਿ ਇਹ ਮਾਹ ਲਫ਼ਜ਼ ਹੈ ਫਾਰਸੀ ਦਾ, ਉਹਦੇ ਨਾਲ ਮਾਹੀ ਲਫ਼ਜ਼ ਬਣਾਇਆ ਗਿਆ ਜਿਹਦਾ ਮਤਲਬ ਹੁੰਦਾ ਹੈ ਚੰਦ ਜਾਂ ਚਾਂਦ ਜੈਸਾ। ਮਾਹ ਚੰਦ ਨੂੰ ਕਹਿੰਦੇ ਨੇ ਤੇ ਮਾਹੀ ਚਾਂਦ ਜੈਸਾ, ਲੇਕਿਨ ਇਹ ਗਲਤ ਹੈ। ਸਾਡੇ ਕੋਲ ਜਿਹੜਾ ਕਲਚਰਲ ਲਫ਼ਜ਼ ਹੈ ਉਹਦੇ ਵਿੱਚ ਮਾਹੀ ਤੋਂ ਮੁਰਾਦ ਇਹ ਜਿਹੜਾ ਹੈ ਨਾ ਇਹ ਦੂਸਰੀ ਅਥੈਂਟਿਕ ਰਾਏ, ਮਾਹੀ ਤੋਂ ਮੁਰਾਦ ਮੱਝਾਂ ਗਾਵਾਂ ਚਰਾਉਣ ਵਾਲਾ ਚਰਵਾਹਾ। ਇਹ ਸਾਡੇ ਕਲਾਸੀਕਲ ਪੋਇਟਸ ਨੇ ਕਈ ਜਗ੍ਹਾ ਉੱਤੇ ਮਾਹੀ ਲਫ਼ਜ਼ ਯੂਜ਼ ਕੀਤਾ ਹੈ ਔਰ ਉਹਦਾ ਮਤਲਬ ਮੱਝਾਂ ਚਰਾਉਣ ਵਾਲਾ, ਯਾਨੀ ਕੰਮ ਕਾਜ ਕਰਨ ਵਾਲਾ ਬੰਦਾ ਔਰਤਾਂ ਨੂੰ ਅਟਰੈਕਟ ਕਰਦਾ ਸੀ। ਵੇਲੇ ਨਿਕੰਮੇ ਨੂੰ ਪਸੰਦ ਨਹੀਂ ਸੀ ਕੀਤਾ ਜਾਂਦਾ। ਬਨਾਵਟ ਦੇ ਇਤਬਾਰ ਨਾਲ, ਫਾਰਮ ਦੇ ਇਤਬਾਰ ਨਾਲ ਡੇਢ ਮਿਸਰੇ ਦਾ ਗੀਤ ਪਹਿਲੇ ਅੱਧੇ ਮਿਸਰਾ ਬੇਮਾਇਨੀ ਹੁੰਦਾ, ਉਹਦਾ ਕੋਈ ਮਤਲਬ ਨਹੀਂ, ਸਿਰਫ ਉਹਦੇ ਵਿੱਚੋਂ ਕਾਫੀਆ ਲਿਆ ਜਾਂਦਾ ਹੈ ਔਰ ਬਾਕੀ ਪੂਰੇ ਮਿਸਰੇ ਵਿੱਚ ਮੁਕੰਮਲ ਗੱਲਬਾਤ ਕੀਤੀ ਜਾਂਦੀ ਹੈ। ਮਾਈਏ ਦਾ ਖਾਸ ਮੌਜੂ ਹਿਜਰ ਤੇ ਵਿਛੋੜਾ। ਮਿਸਾਲਾਂ ਵੇਖੋ, ਦੋ ਪੱਤਰ ਅਨਾਰਾਂ ਦੇ, ਦੋ ਅਨਾਰਾਂ ਦੇ ਪੱਤੇ ਨੇ। ਹੁਣ ਇਹਦਾ ਕੋਈ ਮਤਲਬ ਨਹੀਂ ਹੈ, ਲੇਕਿਨ ਇਹਦੇ ਚੋਂ ਅਨਾਰਾਂ ਕਾਫੀਆ ਲਿਆ ਗਿਆ ਹੈ। ਸਾਡਾ ਦੁੱਖ ਸੁਣ ਸੁਣ ਕੇ ਰੋਂਦੇ ਪੱਥਰ ਪਹਾੜਾਂ ਦੇ, ਇਹ ਅਨਾਰਾਂ ਔਰ ਪਹਾੜਾਂ ਕਾਫੀਆ ਕਹਿੰਦੇ ਨੇ, ਜਿਹੜੀ ਸੇਮ ਮਿਲਦੀ ਜੁਲਦੀ ਆਵਾਜ਼ ਹੋਏ। ਸੜਕੇ ਤੇ ਲਾਰੀ ਏ, ਇੱਥੋਂ ਇਹਨੇ ਲਾਰੀ ਕਾਫੀਆ ਲਿਆ ਹੈ। ਅੱਗੇ ਨੇ ਰਸੂਲੁल्लाह, ਪਿੱਛੇ ਉਮਤ ਸਾਰੀ ਏ। ਇਹ ਨਾਤੀਆ ਅੰਦਾਜ਼ ਦਾ ਕਿ ਅਸੀਂ ਨਬੀ ਪਾਕ ਸੱਲੱਲਾਹੁ ਅਲੈहि ਵਸੱਲਮ ਦੇ ਫਾਲੋਅਰ ਹਾਂ ਜਾਂ ਮੰਨਣ ਵਾਲੇ ਹਾਂ। ਕੋਠੇ ਤੇ ਕਾਂ ਬੋਲੇ, ਚਿੱਠੀ ਆਈ ਮਾਈਏ ਦੀ, ਵਿੱਚ ਮੇਰਾ ਵੀ ਨਾਮ ਬੋਲੇ। ਠੀਕ ਹੈ ਜੀ, ਕਾਂ ਔਰ ਨਾਂ ਦੋਨੋਂ ਹਮ ਕਾਫੀਆ ਨੇ। ਸੋਨੇ ਦਾ ਕਿੱਲ ਮਾਈਆ, ਲੋਕਾਂ ਦੀਆਂ ਰੋਣ ਅੱਖੀਆਂ, ਸਾਡਾ ਰੋਂਦਾ ਏ ਦਿਲ ਮਾਈਆ। ਇਹ ਕਿੱਲ ਔਰ ਦਿਲ ਕਾਫੀਆ ਮਿਲਾਇਆ ਗਿਆ। ਨੈਕਸਟ ਜੀ ਢੋਲਾ ਗੀਤ, ਇਹ ਖਾਸ ਇਲਾਕੇ ਦਾ, ਸਾਹੀਵਾਲ, ਸਰਗੋਦਾ, ਬਾਵਲਪੁਰ ਦੇ ਕੁਝ ਇਲਾਕੇ, ਉੱਥੇ ਇਹ ਗੀਤ ਗਾਇਆ ਜਾਂਦਾ ਹੈ ਔਰ ਬੜਾ ਮਾਰੂਫ ਗੀਤ ਹੈ ਝੰਗ ਦੇ ਇਲਾਕੇ ਵਿੱਚ ਵੀ। ਢੋਲੇ ਵਿੱਚ ਖਾਸ ਅੰਦਾਜ਼, ਖਾਸ ਸੋਚ ਤੇ ਖਾਸ ਤੜਪ ਹੁੰਦੀ ਹੈ ਜਿਹੜੀ ਸੁਣਨ ਵਾਲਿਆਂ ਉੱਤੇ ਬੜਾ ਅਸਰ ਕਰਦੀ ਹੈ। ਲੇਕਿਨ ਚूंकि ਇਲਾਕੇ ਉਹ ਨੇ, ਇਸ ਵਾਸਤੇ ਇਸ ਗੀਤ ਦੀ ਜ਼ਬਾਨ ਕਾਫੀ ਮੁਸ਼ਕਲ ਹੁੰਦੀ ਹੈ, ਕਿਉਂਕਿ ਉੱਧਰ ਦਾ ਲਹਿਜਾ ਜਿਹੜਾ ਹੈ ਉਹ ਥੋੜਾ ਮੁਸ਼ਕਲ ਲਹਿਜਾ ਹੈ, ਜਿਹਨੂੰ ਜੰਗਲੀ ਜਾਂ ਜੰਗਵੀ ਲਹਿਜਾ ਸੀ ਜਾਂ ਸ਼ਾਹਪੁਰੀ ਲਹਿਜਾ ਅਸੀਂ ਕਹਿੰਦੇ ਹਾਂ। ਜਾਂ ਉਹਦੇ ਵਾਸਤੇ ਨਾ ਓਵਰਆਲ ਇੱਕ ਲਫ਼ਜ਼ ਯੂਜ਼ ਹੁੰਦਾ ਹੈ ਲਹਿੰਦਾ ਲਹਿਜਾ, ਯਾਨੀ ਮਗਰਬੀ ਪੰਜਾਬ ਦਾ ਲਹਿਜਾ। ਇਹ ਢੋਲੇ ਸਾਰੇ ਉਹਦੇ ਵਿੱਚ ਨੇ। ਅਸੀਂ ਉੱਤੇ ਲੋਰੀ ਤੇ ਬੋਲੀ ਤੇ ਮਾਈਆ ਤਿੰਨ ਪੜ੍ਹ ਕੇ ਆਏ ਆ, ਉਹ ਪੂਰੇ ਪੰਜਾਬ ਦੇ ਗੀਤ ਨੇ, ਯਾਨੀ ਕਹਿ ਲਓ ਕਿ ਉਹ ਸੈਂਟਰਲ ਦੇ ਗੀਤ ਨੇ ਔਰ ਉਹ ਪੂਰੇ ਪੰਜਾਬ ਵਿੱਚ ਸਮਝੇ ਜਾਂਦੇ ਨੇ। ਲੇਕਿਨ ਢੋਲਾ ਖਾਸ ਇਲਾਕੇ ਦਾ ਗੀਤ ਹੈ, ਇਸ ਵਾਸਤੇ ਇਹਦੇ ਵਿੱਚ ਖਾਸ ਉਸੇ ਇਲਾਕੇ ਦੀ ਜ਼ਬਾਨ ਇਸਤੇਮਾਲ ਕੀਤੀ ਗਈ। ਅੱਛਾ ਜੀ, ਇਹਦਾ ਓਰੀਜਨ ਬਾਰੇ ਦੱਸਿਆ ਗਿਆ। ਬਾਜ਼ ਲੋਕ ਕਹਿੰਦੇ ਕਿ ਢੋਲ ਮਾਰੂ ਸਾਡਾ ਲਵ ਸਟੋਰੀ ਇਸ਼ਕੀਆ ਦਾਸਤਾਨ ਹੈ। ਮਾਰੂ ਖਾਤੂਨ ਸੀ ਔਰ ਢੋਲ ਮੇਲ ਸੀ, ਬੰਦਾ ਸੀ। ਇਸੇ ਤਰ੍ਹਾਂ ਬਾਜ਼ ਕਹਿੰਦੇ ਨੇ ਢੋਲ ਔਰ ਸੰਮੀ ਦੀ ਦਾਸਤਾਨ ਹੈ, ਉਹਦੇ ਤੋਂ ਇਹ ਗੀਤ ਬਣਿਆ ਹੈ। ਔਰ ਬਾਜ਼ ਕਹਿੰਦੇ ਨੇ ਕਿ ਢੋਲ ਪੰਜਾਬ ਦਾ ਇੱਕ ਪੁਰਾਣਾ ਲੋਕ ਸਾਜ਼ ਹੈ, ਉਹਦੇ ਤੋਂ ਇਹ ਗੀਤ ਢੋਲਾ ਬਣਿਆ ਹੈ। ਅੱਛਾ, ਆਬਜੈਕਟਿਵ ਦਾ ਸਵਾਲ ਯਾਦ ਰੱਖਣਾ ਜੀ, ਪੰਜਾਬ ਦਾ ਸਭ ਤੋਂ ਕਦੀਮ ਲੋਕ ਸਾਜ਼ ਕਿਹੜਾ ਹੈ? ਢੋਲ, ਢੋਲ ਜਿਹਨੂੰ ਅਸੀਂ ਪੰਜਾਬੀ ਚ ਕਹਿੰਦੇ ਹਾਂ। ਅੱਛਾ ਜੀ, ਢੋਲਾ ਗੀਤ ਗਾਉਣ ਵਾਸਤੇ ਕਿਸੇ ਸਾਜ਼, ਚਿਮਟੇ, ਘੜੇ, ਬਾਂਸਰੀ ਤੇ ਡਮਰੂ ਦੀ ਲੋੜ ਨਹੀਂ ਪੈਂਦੀ, ਬਲਕਿ ਬਗੈਰ ਕਿਸੇ ਇੰਸਟਰੂਮੈਂਟ ਤੋਂ ਵੈਸੇ ਹੀ ਇਹਨੂੰ ਆਵਾਜ਼ ਦੇ ਉਤਾਰ ਚੜਾਅ ਨਾਲ ਗਾਇਆ ਜਾਂਦਾ ਹੈ। ਪ੍ਰੋਫੈਸਰ ਸ਼ਾਰਫ ਦੇ ਮੁਤਾਬਿਕ ਇਹਦੀਆਂ ਕਈ ਕਿਸਮਾਂ ਨੇ, ਮਸਲਾਂ ਰੋਮਾਨਵੀ ਢੋਲੇ, ਮਾਰਫਤੀ ਢੋਲੇ। ਮਾਰਫਤ ਦੇ ਢੋਲੇ ਤੋਂ ਮੁਰਾਦ ਹੈ ਜਿਹਦੇ ਵਿੱਚ ਤਸੱਵਫ ਦੀ ਗੱਲਬਾਤ ਕੀਤੀ ਹੋਏ। ਕਾਲ ਦੇ ਢੋਲੇ, ਕਾਲ ਮੌਤ ਨੂੰ ਕਹਿੰਦੇ ਨੇ। ਯੂਸਫੀ ਢੋਲੇ, ਹਜ਼ਰਤ ਯੂਸਫ अलैहिस्सलाम। हुसैनी ढोले और अंग्रेज के खिलाफ नफरत के ढोले बहुत ज्यादा मशहूर ने। अच्छा जी, अंग्रेज डिप्टी कमिश्नर लॉर्ड बर्कले, साहीवाल विच तायुन सी, झुमरे का इलाका जिहड़ा जिथों दा राय अहमद खान खर्ल शहीद मशहूर है, पंजाबियों का हीरो राय अहमद खान खर्ल, उस इलाके विच लॉर्ड बर्कले एक्स्ट्रा डिप्टी कमिश्नर के तौर पर मुतयन सी। राय अहमद खान खर्ल ने इहनूं कतल कर दिता सी और फिर बाद विच राय अहमद खान खर्ल नूं इहने कतल करवा दिता सी और बाद विच फिर
ਉਹਦੇ ਸਾਥੀਆਂ ਨੇ ਇਹਨੂੰ ਵੀ ਕਤਲ ਕਰ ਦਿੱਤਾ ਸੀ। ਸਾਡੇ ਸਾਹਮਣੇ ਰਾਏ ਅਹਿਮਦ ਖਾਨ ਕਰਲ ਤੇ ਲਾਰਡ ਬਰਕਲੇ ਦਾ ਜੋ ਹਿਸਟਰੀ ਵਿੱਚ ਤਸਵੀਰ ਪੇਸ਼ ਕੀਤੀ ਜਾਂਦੀ ਹੈ ਉਹ ਕਾਫੀ ਹੋਰ ਤਰ੍ਹਾਂ ਦੀ ਹੈ, ਕਿਉਂਕਿ ਉਹਦੇ ਵਿੱਚ ਇਹਨੂੰ ਹੀਰੋ ਨਹੀਂ ਬਲਕਿ ਇੱਕ ਇਨਕਲਾਬੀ ਦੇ ਤੌਰ ਤੇ ਜਾਂ ਬਾਗੀ ਦੇ ਤੌਰ ਤੇ ਪੇਂਟ ਕੀਤਾ ਜਾਂਦਾ ਹੈ। ਜਦਕਿ ਸਾਡੇ ਰਾਏ ਅਹਿਮਦ ਖਾਨ ਕਰਲ ਪੰਜਾਬੀਆਂ ਦਾ ਹੀਰੋ ਹੈ, ਜਿਹਨੇ ਪੰਜਾਬ ਉੱਤੇ ਕਬਜ਼ਾ ਨਾ ਹੋਣ ਵਾਸਤੇ ਅੰਗਰੇਜ਼ਾਂ ਦੇ ਖਿਲਾਫ ਸਖਤ ਮਜ਼ਾਮਤ ਕੀਤੀ ਸੀ। ਜੀ ਵੇਖੋ ਜਰਾ ਮਾਹੀਆ ਇਹਦੀ ਬਹਾਦਰੀ, ਕਿਸ ਤਰ੍ਹਾਂ ਡਿਪਟੀ ਕਮਿਸ਼ਨਰ ਦੇ ਨਾਲ ਇਹਨੇ ਮਤਲਬ ਲੜਾਈ ਕੀਤੀ। ਉਹ ਬਰਕਲੀ ਤੇ ਇੰਜ ਲੱਥਾ, ਇਹ ਬਰਕਲੀ, ਇਹਨੂੰ ਬਰਕਲੀ ਵੀ ਪ੍ਰੋਨਾਉਂਸ ਕਰਦੇ ਨੇ ਉਸ ਇਲਾਕੇ ਦੇ ਲੋਕ ਨਾ, ਸਾਹੀਵਾਲ ਸਰਗੋਦਾ ਝੰਗ ਦੇ ਲੋਕ, ਬਰਕਲੀ ਵੀ ਇਹਨੂੰ ਪ੍ਰੋਨਾਉਂਸ ਕੀਤਾ ਜਾਂਦਾ, ਲੇਕਿਨ ਲਾਰਡ ਬਰਕਲੇ ਇਹਦਾ ਅੰਗਰੇਜ਼ੀ ਨਾਂ ਸੀ। ਉਹ ਬਰਕਲੀ ਤੇ ਇੰਜ ਲੱਥਾ, ਯਾਨੀ ਉਹਨੇ ਬਰਕਲੀ ਤੇ ਇੰਜ ਹਮਲਾ ਕੀਤਾ, ਇੰਜ ਟੁੱਟ ਪਿਆ, ਟੂਟ ਪੜਨਾ ਜਿਵੇਂ ਤਾਮੇ ਤੇ ਲੈਂਦਾ ਹੈ ਭੁੱਖਾ ਬਾਜ਼ ਸ਼ਿਕਾਰੀ। ਤਾਮਾ, ਤਮਾ ਲਫ਼ਜ਼ ਤੋਂ ਬਣਿਆ, ਲਾਲਚ ਨੂੰ ਕਹਿੰਦੇ ਨੇ। ਤਮਾ ਉਹ ਬੇਟ ਹੁੰਦਾ ਹੈ ਜਿਹਦੇ ਉੱਤੇ ਝਪਟਦਾ ਹੈ ਬਾਜ਼ ਨਾ, ਜਿਸ ਤਰ੍ਹਾਂ ਭੁੱਖਾ ਸ਼ਿਕਾਰੀ ਬਾਜ਼ ਆਪਣੇ ਸ਼ਿਕਾਰ ਉੱਤੇ ਝਪਟਦਾ ਹੈ, ਬਿਲਕੁਲ ਉਸੇ ਤਰ੍ਹਾਂ ਰਾਏ ਅਹਿਮਦ ਖਾਨ ਖਰਲ ਅੰਗਰੇਜ਼ ਲਾਰਡ ਬਰਕਲੇ ਉੱਤੇ ਝਪਟਿਆ। ਇਹ ਕੁਝ ਹੋਰ ਆਮ ਢੋਲੇ, ਸਾਨੂੰ ਜਾਣੇ ਤੇ ਭਾਵੇਂ ਨਾ ਜਾਣੇ, ਮੇਰਾ ਢੋਲ ਜਵਾਨੀਆਂ ਮਾਣੇ। ਮੈਂ ਇੱਥੇ ਮਾਹੀ ਮੇਰਾ ਸੋਧਰੇ, ਮੇਰਾ ਪਲ ਪਲ ਦਿਲ ਪਿਆ ਉਧਰੇ, ਧਨ ਮੇਰਾ ਜਿਗਰਾ ਜੀਵੇ ਢੋਲਾ। ਇਹ ਸੋਧਰਾ ਜਗ੍ਹਾ ਦਾ ਨਾਂ ਹੈ। ਮੈਂ ਇੱਥੇ ਹਾਂ ਤੇ ਮੇਰਾ ਮਹਿਬੂਬ ਮੇਰੇ ਤੋਂ ਦੂਰ ਹੈ, ਯਾਨੀ ਹੋਰ ਕਿਸੇ ਸਿਟੀ ਹੈ, ਸੋਧਰੇ ਵਿੱਚ ਹੈ, ਔਰ ਮੈਂ ਪਲ ਪਲ ਉਹਦੇ ਤੋਂ ਬਗੈਰ ਉਦਾਸ ਹਾਂ। ਉਤਰਨਾ ਹੁੰਦਾ ਉਦਾਸ ਹੋ ਜਾਣਾ। ਧਨ ਮੇਰਾ ਜਿਗਰਾ, ਕਹਿੰਦੀ ਮੇਰਾ ਹੌਸਲਾ ਹੈ, ਮੇਰੀ ਹਿੰਮਤ ਹੈ ਕਿ ਮੈਂ ਉਹਦੇ ਤੋਂ ਬਗੈਰ ਜੀ ਰਹੀ ਹਾਂ। ਅੱਲਾ ਕਰੇ ਮੇਰਾ ਮਹਿਬੂਬ ਹਮੇਸ਼ਾ ਸਹੀ ਸਲਾਮਤ ਰਹੇ ਔਰ ਜਿਉਂਦਾ ਰਹੇ। ਅੱਛਾ ਜੀ, ਡੋਲੇ ਵਾਲੇ ਨੂੰ ਸਪੈਸ਼ਲ ਨਾ ਤੁਸੀਂ ਇਹਦੇ ਵਿੱਚੋਂ ਤਹਿਜ਼ੀਬ ਸਕਾਫਤ ਦੇ ਹਵਾਲੇ ਨਾਲ ਵੀ ਡਿਸਕਸ ਹੋ ਸਕਦਾ ਹੈ, ਔਰ ਤਾਰੀਖੀ ਹਵਾਲੇ ਨਾਲ ਖਾਸ ਤੌਰ ਤੇ ਨਾ ਇਹ ਜਿਹੜਾ ਲਾਰਡ ਬਰਕਲੇ ਵਾਲਾ ਹੈ, ਇਹ ਆਸਾਨੀ ਨਾਲ ਤੁਸੀਂ ਡਿਸਕਸ ਕਰ ਸਕਦੇ ਹੋ। ਅੰਬੀਆਂ ਨੂੰ ਬੂਰ ਢੋਲਾ, ਅੰਬੀਆਂ ਦੇ ਦਰਖਤ ਉੱਤੇ ਬੂਰ ਲੱਗ ਗਿਆ ਹੈ। ਨਿੱਕੀ ਨਿੱਕੀ ਫੂਰ ਢੋਲਾ, ਫੂਰ ਬਾਰਿਸ਼ ਨੂੰ ਕਹਿੰਦੇ ਨੇ। ਵਸਣਾ ਹੈ ਦੂਰ ਢੋਲਾ, ਦੂਰ ਤੂੰ ਮੇਰੇ ਤੋਂ ਰਹਿ ਰਿਹਾ ਵੇਂ, ਮੁੜ ਆਵੀਂ ਜ਼ਰੂਰ ਢੋਲਾ, ਮੈਂ ਤੈਨੂੰ ਉਡੀਕ ਰਹੀ ਹਾਂ, ਜ਼ਰੂਰ ਵਾਪਸ ਆਵੀਂ। ਨੈਕਸਟ ਜੀ ਜੁਗਨੀ, ਇਹ ਵੀ ਗੀਤ ਹੈ ਬੜਾ ਮਸ਼ਹੂਰ ਹੈ, ਤੁਸੀਂ ਆਰਫ ਲੋਹਾਰ ਦੀਆਂ ਜੁਗਨੀਆਂ ਸੁਣੀਆਂ ਹੋਣਗੀਆਂ। ਜੁਗਨੀ ਬੁਨਿਆਦੀ ਤੌਰ ਤੇ ਜ਼ੇਵਰ ਦਾ ਨਾਂ ਹੈ। ਗਲੇ ਵਿੱਚ ਜਿਹੜਾ ਕੈਂਠਾ ਹੁੰਦਾ ਉਹਨੂੰ ਵੀ ਜੁਗਨੀ ਕਹਿੰਦੇ ਨੇ। ਤਾਵੀਜ਼ ਨੂੰ, ਕੈਂਠੇ ਨੂੰ, ਗਾਨੀ ਨੂੰ, ਉਹਨੂੰ ਜੁਗਨੀ ਕਿਹਾ ਜਾਂਦਾ। ਇਹ ਅਸਲ ਵਿੱਚ ਸਿਆਹਤ ਦਾ ਗੀਤ ਹੈ, ਫਿਰਨ ਟੁਰਨ ਦਾ ਗੀਤ ਹੈ। ਆਵਾਰਾਗਰਦੀ, ਫਿਰਨ ਟੁਰਨ ਔਰ ਸਿਆਹਤ ਦਾ ਦੂਜਾ ਨਾਂ ਹੁੰਦਾ ਕੀ ਹੈ? ਜੁਗਨੀ ਤਲਾਸ਼ ਤੇ ਭਾਲ ਦਾ ਗੀਤ ਹੈ। ਹੁੰਦਾ ਕੀ ਹੈ ਜੀ? ਆਮ ਤੌਰ ਤੇ ਫਿਰ ਟੋਰੀ ਜਾਂ ਸਿਆਹਤ ਤੇ ਖੁਦ ਸ਼ਾਇਰ ਕਰ ਰਿਹਾ ਹੁੰਦਾ ਹੈ, ਲੇਕਿਨ ਇਹ ਜਿਹੜਾ ਉਹਦੇ ਗਲੇ ਵਿੱਚ ਜੁਗਨੀ ਹੁੰਦੀ ਹੈ ਜਾਂ ਤਾਵੀਜ਼ ਜਾਂ ਲਾਕਟ ਹੁੰਦਾ ਹੈ ਜਾਂ ਉਹ ਕੈਂਠਾ ਹੁੰਦਾ ਹੈ, ਉਹ ਆਪਣੀ ਜਿਹੜੀ ਵੀ ਗੱਲਬਾਤ ਕਰਦਾ ਹੈ ਉਸ ਜੁਗਨੀ ਦੇ ਮੂੰਹੋਂ ਕਰਵਾਉਂਦਾ ਹੈ। ਬਸ ਇਹ ਹੁੰਦਾ। ਜੁਗਨੀ ਗੀਤ ਵਿੱਚ ਹਰ ਮੌਜੂ ਬਿਆਨ ਹੋ ਸਕਦਾ ਹੈ, ਹਮਦ ਨਾਤ ਮਨਕਬਤ ਹਿਜਰ ਵਿਛੋੜਾ, ਮੌਸਮਾਂ ਰੁੱਤਾਂ ਫਸਲਾਂ ਦਾ ਜ਼ਿਕਰ। ਇਸ ਤੋਂ ਇਲਾਵਾ ਸਿਆਸੀ, ਸਮਾਜੀ, ਇਕਤਸਾਦੀ ਔਰ ਤਾਰੀਖੀ ਤਮਾਮ ਹਾਲਾਤ ਬਿਆਨ ਕੀਤੇ ਜਾ ਸਕਦੇ ਨੇ। ਇੱਕ ਇਹ ਜੁਗਨੀ ਵੇਖੋ ਜਿਹਦੇ ਵਿੱਚ ਅੰਗਰੇਜ਼ ਦੇ ਖਿਲਾਫ ਨਫ਼ਰਤ ਦਾ ਇਜ਼ਹਾਰ ਕੀਤਾ ਜਾ ਰਿਹਾ। ਮੇਰੀ ਜੁਗਨੀ ਦੇ ਧਾਗੇ ਚਾਰ, ਯਾਨੀ ਮੈਂ ਜਿਹੜਾ ਉਹ ਗਲੇ ਵਿੱਚ ਕੈਂਠਾ ਜਾਂ ਜੁਗਨੀ ਪਾਈ ਹੋਈ ਹੈ ਉਹਨੂੰ ਚਾਰ ਧਾਗਿਆਂ ਵਿੱਚ ਪਰੋ ਕੇ ਗਲੇ ਵਿੱਚ ਪਾਇਆ ਹੋਇਆ, ਯਾਨੀ ਵਜ਼ਨੀ ਜਿਹੜੀ ਚੀਜ਼ ਹੋਏ ਜ਼ਾਹਿਰ ਉਹਨੂੰ ਜ਼ਿਆਦਾ ਧਾਗਿਆਂ ਵਿੱਚ ਪਰੋਇਆ ਜਾਏਗਾ। ਫਰੰਗੀ ਨਹੀਂ ਕਿਸੇ ਦਾ ਯਾਰ, ਇਹ ਪਹਿਲਾ ਤੇ ਸਿਰਫ ਗੀਤ ਦੀ ਨਿਸ਼ਾਨਦੇਹੀ ਹੈ, ਇਹ ਪਹਿਲਾ ਮਿਸਰਾ, ਔਰ ਇਹ ਧਾਗੇ ਚਾਰ ਦਾ ਜਿਹੜਾ ਹੈ ਉਹਨੇ ਕਾਫੀਏ ਵਾਸਤੇ ਲਿਆ। ਇੱਥੇ ਹੋਰ ਵੀ ਤੁਸੀਂ ਕਹੀ ਮੇਰੀ ਜੁਗਨੀ ਦੇ ਧਾਗੇ ਚਾਰ, ਜੁਗਨੀ ਜਾ ਵੜੀ ਸੀ ਰੋਹੀ, ਇੱਥੇ ਤੁਸੀਂ ਕੋਈ ਵੀ ਪਹਿਲਾ ਲਫ਼ਜ਼ ਲਾ ਸਕਦੇ ਹੋ ਜਿਸ ਤਰ੍ਹਾਂ ਦੀ ਤੁਸੀਂ ਅੱਗੇ ਗੱਲਬਾਤ ਕਰਨੀ ਹੋਏ। ਫਰੰਗੀ ਨਹੀਂ ਕਿਸੇ ਦਾ ਯਾਰ, ਅੰਗਰੇਜ਼ ਕਿਸੇ ਦਾ ਯਾਰ ਨਹੀਂ ਹੈ, ਇਸ ਨੂੰ ਖਿੱਚ ਕੇ ਨੇਜ਼ਾ ਮਾਰ, ਕਹਿੰਦਾ ਹੈ ਅੰਗਰੇਜ਼ ਜਿੱਥੇ ਵੀ ਨਜ਼ਰ ਆਏ ਉਹਦਾ ਖਾਤਮਾ ਕਰ ਦੇ। ਉਹ ਭਾਈ ਮੇਰੇ ਆ ਜੁਗਨੀ ਕਹਿੰਦੀ ਹੈ, ਉਹ ਸ਼ੇਰ ਮੇਰੇ ਆ ਜੁਗਨੀ ਕਹਿੰਦੀ ਹੈ। ਨੈਕਸਟ ਜੀ, ਜੁਗਨੀ ਜਾ ਵੜੀ ਸੀ ਰੋਹੀ, ਰੋਹੀ ਡੈਜ਼ਰਟ ਨੂੰ ਕਹਿੰਦੇ ਨੇ, ਸਹਿਰਾ ਚੂਲਿਸਤਾਨ ਦਾ ਇਲਾਕਾ। ਜੱਟਾਂ ਫੜ ਸੁਹਾਗੇ ਜੋਈ, ਜੱਟਾਂ ਨੇ ਉਹਨੂੰ ਫੜ ਕੇ ਹਲਵਾਨ ਤੇ, ਹਲਵਾਨ ਤੋਂ ਬਾਅਦ ਸੁਹਾਗਾ ਫੇਰਿਆ ਜਾਂਦਾ ਹੈ। ਸੁਹਾਗਾ ਇੱਕ ਉਹ ਲੰਬੀ ਜਿਹੀ ਲੱਕੜੀ ਦੀ ਸ਼ਤੀਰ ਹੁੰਦੀ ਹੈ ਜਿਹਦੇ ਨਾਲ ਖੇਤ ਹਮਵਾਰ ਕੀਤਾ ਜਾਂਦਾ ਹੈ। ਅੱਜ ਕੱਲ੍ਹ ਤੇ ਉਹ ਸਾਰਾ ਕੰਮ ਮਸ਼ੀਨਾਂ ਨਾਲ ਹੁੰਦਾ ਹੈ, ਲੈਵਲ ਵਗੈਰਾ ਔਰ ਸਾਰਾ ਦੂਸਰਾ। ਜੱਟਾਂ ਫੜ ਸੁਹਾਗੇ ਜੋਈ, ਉੱਥੇ ਰੋ ਰੋ ਕਮਲੀ ਹੋਈ,
ਪੀਰ ਮੇਰਿਆ ਜੁਗਨੀ ਕਹਿੰਦੀ ਏ ਜਿਹੜਾ ਨਾਮ ਸਾਈਂ ਦਾ ਲੈਂਦੀ। ਛੱਲਾ, ਛੱਲਾ ਵੀ ਲੋਕ ਗੀਤ ਹੈ। ਛੱਲਾ ਐਕਸਚੇਂਜ ਹੁੰਦਾ ਹੈ ਅਸਲ ਵਿੱਚ ਦੋ ਲਵਰਸ ਦਾ ਇੱਕ ਦੂਸਰੇ ਨੂੰ ਪਿਆਰ ਮੁਹੱਬਤ ਦੀ ਨਿਸ਼ਾਨੀ ਦੇ ਤੌਰ ਤੇ ਉਹ ਉਹਨੂੰ ਛੱਲਾ ਦਿੰਦਾ ਹੈ ਤੇ ਉਹ ਉਹਨੂੰ ਛੱਲਾ ਦਿੰਦਾ ਜੀ। ਛੱਲਾ ਬੇਰੀ ਬੂਰੇ ਘਰ ਮਾਹੀ ਦਾ ਦੂਰ ਏ, ਵੰਜਣਾ ਤਾਂ ਜ਼ਰੂਰ ਏ, ਉੱਡਾਂ ਬਣ ਕੇ ਤੋਤਾ ਜਿੱਥੇ ਮਾਹੀ ਖਲੋਤਾ। ਇਹ ਜਿੰਨੇ ਵੀ ਲੋਕ ਗੀਤ ਨੇ ਸਾਰੇ ਤੁਸੀਂ YouTube ਤੋਂ ਲਿਖੋਗੇ ਤੇ ਆਰਾਮ ਨਾਲ ਸਾਹਮਣੇ ਆ ਜਾਣਗੇ, ਤੁਸੀਂ ਦੇਖ ਸਕਦੇ ਹੋ। ਕਿਕਲੀ, ਕਿਕਲੀ ਇਹ ਛੋਟੇ ਬੱਚਿਆਂ ਦਾ ਗੀਤ ਹੈ। ਕੀ ਹੁੰਦਾ ਕਿਸ ਤਰ੍ਹਾਂ ਯਾਨੀ ਇਹਦੇ ਪਰਫਾਰਮ ਵੀ ਕੀਤਾ ਜਾਂਦਾ ਹੈ, ਯਾਨੀ ਨਾਲ ਨਾਲ ਇਹ ਖੇਡ ਵੀ ਇਹ ਖੇਡਿਆ ਵੀ ਜਾਂਦਾ ਹੈ ਔਰ ਗਾਇਆ ਵੀ ਜਾਂਦਾ ਹੈ। ਕੋਰਸ ਦੀ ਸ਼ਕਲ ਵਿੱਚ ਗਾਇਆ ਜਾਣ ਵਾਲਾ ਗੀਤ, ਯਾਨੀ ਇੱਕ ਤੋਂ ਜ਼ਿਆਦਾ ਲੋਕ, ਦੋ ਬੱਚੇ ਦੋ ਕੁੜੀਆਂ ਆਪਸ ਵਿੱਚ ਕਿਕਲੀਆਂ ਪਾਉਂਦੀਆਂ ਨੇ ਔਰ ਉਹ ਦੋਨੋਂ ਰਲ ਕੇ ਇਕੱਠਾ ਇਹ ਗੀਤ ਗਾਉਂਦੀਆਂ ਨੇ। ਆਮ ਤੌਰ ਤੇ ਕੀ ਹੁੰਦਾ, ਦੋ ਕੁੜੀਆਂ ਹੱਥਾਂ ਵਿੱਚ ਹੱਥ ਪਾ ਕੇ ਪੈਰਾਂ ਦੀਆਂ ਅੱਡੀਆਂ ਚੁੱਕ ਕੇ ਪੰਜੇ ਜ਼ਮੀਨ ਉੱਤੇ ਜਮਾ ਕੇ ਗੋਲ ਗੋਲ ਦਾਇਰੇ ਵਿੱਚ ਘੁੰਮਦੀਆਂ ਨੇ ਔਰ ਨਾਲ ਗੀਤ ਗਾਉਂਦੀਆਂ ਨੇ। ਕਿਕਲੀ ਕਲੀਰ ਦੀ, ਪੱਗ ਮੇਰੇ ਵੀਰ ਦੀ, ਦੁਪੱਟਾ ਮੇਰੇ ਭਾਈ ਦਾ, ਫਿੱਟੇ ਮੂੰਹ ਜਵਾਈ ਦਾ। ਠੀਕ ਹੈ ਜੀ, ਜਵਾਈ ਦਾਮਾਦ। ਇਹਦੇ ਵਿੱਚ ਇਹ ਵੀਰ ਅਸਲ ਵਿੱਚ ਫੈਮਿਲੀ ਮੈਂਬਰ ਹੈ, ਬਲੱਡ ਰਿਲੇਸ਼ਨ ਹੈ ਕੁੜੀ ਦਾ ਬੱਚੀ ਦਾ ਉਹਦੇ ਨਾਲ, ਔਰ ਇਹ ਜਵਾਈ ਜਿਹੜਾ ਹੈ ਇਹ ਬਾਹਰੋਂ ਆਇਆ ਫਰਦ ਹੈ, ਯਾਨੀ ਇਹਦੇ ਨਾਲ ਬਲੱਡ ਰਿਲੇਸ਼ਨ ਨਹੀਂ ਹੈ, ਇਸ ਵਾਸਤੇ ਉਹਨੂੰ ਕੁੜੀ ਅੱਛੇ ਲਫ਼ਜ਼ਾਂ ਨਾਲ ਯਾਦ ਨਹੀਂ ਕਰਦੀ। ਥਾਲ, ਇਹ ਵੀ ਇਸੇ ਤਰ੍ਹਾਂ ਹੀ ਜੀ ਬੱਚਿਆਂ ਦਾ ਗੀਤ ਹੈ, ਇਹ ਵੀ ਗਾਇਆ ਵੀ ਜਾਂਦਾ ਔਰ ਨਾਲ ਖੇਡਿਆ ਵੀ ਜਾਂਦਾ ਹੈ। ਕੀ ਹੁੰਦਾ ਤਰੀਕਾਕਾਰ, ਪਹਿਲੇ ਇੱਕ ਕੁੜੀ ਗੇਂਦ ਨੂੰ ਹੱਥ ਨਾਲ ਉਛਾਲਦੀ ਹੈ, ਗੇਂਦ ਵੀ ਖਿੱਦੂ ਹੁੰਦਾ ਹੈ, ਟਾਕੀਆਂ ਦਾ ਲੀਰਾਂ ਦਾ ਬਣਿਆ ਹੋਇਆ ਗੇਂਦ ਤੇ ਨਾਲ ਗਾਉਂਦੀ ਹੈ। ਜਦੋਂ ਗੇਂਦ ਉਹਦੇ ਹੱਥੋਂ ਦੂਜੀ ਕੋਲ ਜਾਂਦਾ ਹੈ ਤੇ ਉਹ ਵੀ ਇੰਝ ਹੀ ਉਛਾਲਦੀ ਤੇ ਗਾਉਂਦੀ ਹੈ ਜੀ। ਪੂਰਾ ਚੱਕਰ ਹੋ ਜਾਣ ਮਗਰੋਂ ਆਲ ਮਾਲ ਪੂਰਾ ਹੋਇਆ ਥਾਲ ਦੇ ਬੋਲ ਬੋਲ ਕੇ ਗਾਏ ਜਾਂਦੇ ਨੇ। ਧੀਆਂ ਭੈਣਾਂ ਦਾ ਮਾਪਿਆਂ ਤੇ ਭਰਾਵਾਂ ਨਾਲ ਪਿਆਰ ਇਸ ਗੀਤ ਵਿੱਚੋਂ ਝਲਕਦਾ ਹੈ। ਖੂਹ ਵਿੱਚ ਪਾਣੀ, ਮਾਂ ਮੇਰੀ ਰਾਣੀ, ਪਿਓ ਮੇਰਾ ਰਾਜਾ, ਹੇਠ ਘੋੜਾ ਤਾਜ਼ਾ। ਤਾਜ਼ਾ ਕਹਿੰਦੇ ਨੇ ਜੀ ਅਰਬੀ ਨਸਲ ਦਾ ਆਲਾ ਘੋੜਾ, ਆਲਾ ਨਸਲ ਦਾ ਅਰਬੀ ਘੋੜਾ, ਉਹਨੂੰ ਤਾਜ਼ੀ ਜਾਂ ਤਾਜ਼ਾ ਘੋੜਾ ਕਿਹਾ ਜਾਂਦਾ। ਚਾਂਦੀ ਦੀਆਂ ਪੌੜੀਆਂ, ਸੋਨੇ ਦਾ ਦਰਵਾਜ਼ਾ, ਆਲ ਮਾਲ ਪੂਰਾ ਹੋਇਆ ਥਾਲ। ਇਹ ਕੁੜੀਆਂ ਨੇ ਬੱਚੀਆਂ ਨੇ ਜਿਹੜੀਆਂ ਆਪਣੇ ਮਾਂ ਪਿਓ ਦੀ ਤਾਰੀਫ ਔਰ ਆਪਣੇ ਰਹਿਣ ਸਹਿਣ ਦੀ ਤਾਰੀਫ ਕਰ ਰਹੀਆਂ ਨੇ। ਤਾਂ ਤੁਸੀਂ ਲਿਖ ਸਕਦੇ ਹੋ ਕਿ ਇਹ ਵੀ ਕਲਚਰਲ ਗੀਤ ਹੈ ਜਿਹੜਾ ਤਹਿਜ਼ੀਬੋ ਸਕਾਫਤ ਵੱਲ ਔਰ ਮਤਲਬ ਲੋਕਾਂ ਦੇ ਹਾਲਾਤ ਵੱਲ ਇਸ਼ਾਰਾ ਕਰਦਾ ਹੈ ਕਿ ਲੋਕਾਂ ਕੋਲ ਪੈਸੇ ਦੀ ਕਿੰਨੀ ਰੇਲ ਪੇਲ ਸੀ, ਕਿੰਨੀ ਫਰਾਵਾਨੀ ਸੀ, ਕਿ ਲੋਕਾਂ ਦਾ ਲਿਵਿੰਗ ਸਟਾਈਲ ਔਰ ਰਹਿਣ ਸਹਿਣ ਕਿਸ ਕਿਸਮ ਦਾ ਸੀ। ਵੀਰ ਆਇਆ ਨਹਾ ਕੇ, ਰੋਟੀ ਦਿੱਤੀ ਪਾ ਕੇ, ਖਾਣੀ ਏ ਤੇ ਖਾ ਨਹੀਂ ਤੇ ਨੌਕਰੀ ਤੇ ਜਾ, ਆਲ ਮਾਲ ਪੂਰਾ ਹੋਇਆ ਥਾਲ। ਇਹ ਕਿਕਲੀ ਔਰ ਥਾਲ ਦੋਨੋਂ ਗੀਤ ਹੈ ਟੀਨੇਜਰ ਬੱਚੀਆਂ ਤੱਕ ਦੇ ਹੁੰਦੇ ਨੇ, ਇਸ ਵਾਸਤੇ ਇਹਦੇ ਵਿੱਚ ਨਾ ਕੋਈ ਮਹਿਬੂਬ ਵਗੈਰਾ ਜਾਂ ਕੁਝ ਇਹ ਨਹੀਂ ਹੁੰਦਾ, ਸਿਰਫ ਮਾਂ ਪਿਓ ਭੈਣ ਭਰਾਵਾਂ ਤੱਕ ਇਹ ਗੀਤ ਰਹਿੰਦਾ। ਝੁੰਮਰ, ਇਹ ਖਾਸ ਇਲਾਕੇ ਦਾ ਗੀਤ ਹੈ ਜੀ, ਇਹ ਵੀ ਗਾਇਆ ਵੀ ਜਾਂਦਾ ਹੈ ਝੁੰਮਰ ਔਰ ਨਾਲ ਨਾਚ ਵੀ ਨੱਚਿਆ ਜਾਂਦਾ ਹੈ। ਅੱਜ ਕੱਲ੍ਹ ਵੀ ਇਹਦੀਆਂ ਮਿਸਾਲਾਂ ਇੱਧਰ ਸਾਡਾ ਸਾਈਵਾਲ ਝੰਗ ਸਾਈਡ ਤੇ ਚਨਿਓਟ ਸਾਈਡ ਤੇ ਮਿਲਦੀਆਂ ਨੇ। ਔਰਤ, ਇਹ ਮਤਲਬ ਇਹ ਉਹ ਹੈ ਜਿਹੜਾ ਡੂਅਲ ਹੈ, ਯਾਨੀ ਔਰਤ ਔਰ ਮਰਦ ਇਕੱਠਾ ਰਲ ਕੇ ਗਾ ਰਹੇ। ਮੈਂ ਜੋ ਤੈਨੂੰ ਆਖਿਆ ਖੇਤਾਂ ਦੇ ਵਿੱਚ ਆ ਭਲਾ, ਮੈਂ ਗੋਡਾਂਗੀ ਪੈਲੀਆਂ ਤੂੰ ਕਿਆਰੇ ਕੱਢਦਾ ਜਾ ਭਲਾ। ਯਾਨੀ ਔਰਤ ਮਰਦ ਨੂੰ ਮੁਖਾਤਬ ਕਰਕੇ ਕਹਿ ਰਹੀ ਹੈ ਕਿ ਆ ਰਲ ਕੇ ਖੇਤਾਂ ਵਿੱਚ ਕੰਮ ਕਰਨੇ ਆ, ਮੈਂ ਗੋਡੀ ਕਰਾਂਗੀ ਪੈਲੀਆਂ ਵਿੱਚ, ਤੂੰ ਕਿਆਰੇ ਕੱਢਦਾ ਜਾਈਂ, ਯਾਨੀ ਤੂੰ ਪਾਣੀ ਵਾਸਤੇ ਕਿਆਰੀਆਂ ਬਣਾਉਂਦਾ ਜਾਈਂ ਜਾਂ ਬੀ ਲਾਉਣ ਵਾਸਤੇ ਕਾਸ਼ਤ ਕਰਨ ਵਾਸਤੇ ਕਿਆਰੀਆਂ ਬਣਾਉਂਦਾ। ਮਰਦ, ਮੈਂ ਜੋ ਤੈਨੂੰ ਆਖਿਆ ਤੂੰ ਖੇਤਾਂ ਦੇ ਵਿੱਚ ਆ ਭਲਾ, ਕਣਕ ਜੋ ਬੀਜਾਂ ਮੈਂ ਕੁੜੇ, ਤੂੰ ਪਾਣੀ ਦੇਂਦੀ ਜਾ ਭਲਾ। ਕਹਿੰਦਾ ਮੇਰੇ ਨਾਲ ਖੇਤਾਂ ਵਿੱਚ ਚੱਲ, ਮੈਂ ਕਣਕ ਬੀਜਾਂਗਾ ਔਰ ਤੂੰ ਮੇਰੀ ਮਦਦ ਕਰੀਂ ਔਰ ਪਾਣੀ ਦਿੰਦੀ ਜਾਈਂ। ਸੰਮੀ, ਇਹ ਵੀ ਜੀ ਕਹਿੰਦੇ ਨੇ ਕਿ ਇਹ ਢੋਲ ਤੇ ਸੰਮੀ ਦੀ ਇਸ਼ਕੀਆ ਦਾਸਤਾਨ ਹੈ ਪੰਜਾਬ ਦੀ, ਉਹਦੇ ਤੋਂ ਇਹ ਸੰਮੀ ਗੀਤ ਮਸ਼ਹੂਰ ਹੋਇਆ ਹੈ। ਬਹਰਹਾਲ ਇਹ ਸਰਾਇਕੀ ਯਾਨੀ ਬਾਵਲਪੁਰ ਸਾਈਡ ਤੇ ਚੂਲਿਸਤਾਨ ਦਾ ਮਸ਼ਹੂਰੋ ਮਾਰੂਫ ਗੀਤ ਹੈ। ਉਠਾਂ ਦੇ ਗਲ ਟੱਲੀਆਂ ਨਹੀਂ ਸੰਮੀਏ, ਊਠ ਕਹਿੰਦੇ ਨਾ ਊਂਟ, ਊਂਟਾਂ ਦੇ ਗਲਿਆਂ ਵਿੱਚ ਟੱਲੀਆਂ ਨੇ, ਮੈਂ ਪੀਰ ਮਨਾਵਣ ਚੱਲੀਆਂ ਨੇ ਸੰਮੀ। ਇਹ ਸੰਮੀ ਮੈਂ ਆਪਣਾ ਪੀਰ ਮਨਾਵਣ ਜਾ ਰਹੀ ਹਾਂ। ਮੈਂ ਤੇਰੀ ਸੰਮੀ ਫੜ ਲੈ ਹਲ ਜੋਤਰਾ ਹੋ ਮੇਰੇ ਢੋਲਾ, ਮੈਂ ਤੇਰੀ ਸੰਮੀ ਸੋਨਾ ਜੰਮਦੇ ਖੇਤ ਹੋ ਮੇਰੇ ਢੋਲਾ, ਮੈਂ ਤੇਰੀ ਸੰਮੀ ਦਾਤੀ ਫੜ ਲੈ ਹਾਲੀਆ ਹੋ ਮੇਰੇ ਢੋਲਾ। ਯਾਨੀ ਇਹ ਤਿੰਨ ਗੀਤ ਤਿੰਨ ਬੋਲਾਂ ਵਿੱਚ ਪੂਰੀ ਫਸਲ ਕਾਸ਼ਤ ਹੋ ਗਈ। ਪਹਿਲੇ ਵਿੱਚ ਹਲ ਜੋਤਰੇ ਨਾਲ ਹਲ ਵਾਇਆ ਗਿਆ, ਦੂਸਰੇ ਵਿੱਚ ਖੇਤ
उगया और पक गया और सोने तरह ਉਹਦਾ रंग हो गया। तीसरे ਵਿੱਚ ਉਹਨਾਂ ਦਾਤਰੀ ਨਾਲ ਖੇਤ ਨੂੰ ਕੱਟ ਲਿਆ, ਵਾਢੀਆਂ ਕਰ ਲਈਆਂ। ਗਿੱਧਾ ਤਾਲੀ ਮਾਰਨ ਨੂੰ, ਤਾਲੀ ਵਜਾਉਣ ਨੂੰ ਕਹਿੰਦੇ ਨੇ। ਇਹ ਵੀ ਕੁੜੀਆਂ ਔਰਤਾਂ ਨੱਚਦੀਆਂ ਵੀ ਨੇ ਔਰ ਨਾਲ ਤਾਲੀ ਵਜਾ ਕੇ ਗੀਤ ਵੀ ਗਾਉਂਦੀਆਂ ਨੇ। ਬਾਬਲ ਮੇਰੇ ਬਾਗ ਲਵਾਇਆ, ਵਿੱਚ ਬਹਾਇਆ ਮਾਲੀ, ਬੂਟੇ ਬੂਟੇ ਪਾਣੀ ਦੇਵੇ, ਫੁੱਲ ਲੱਗ ਗਿਆ ਡਾਲੀ, ਰੂਪ ਕਵਾਰੀ ਦਾ ਦਿਨ ਚੜ੍ਹਦੇ ਦੀ ਲਾਲੀ। ਸਿੱਠਣੀਆਂ ਤੰਜ਼ੀਆ ਗੀਤ ਏ। ਬਾਰਾਤ ਜਦੋਂ ਕੁੜੀ ਵਾਲਿਆਂ ਦੇ ਘਰ ਪਹੁੰਚਦੀ ਹੈ ਤੇ ਕੁੜੀਆਂ ਔਰਤਾਂ ਇਕੱਠੀਆਂ ਹੋ ਕੇ ਬਾਰਾਤੀਆਂ ਨੂੰ ਇਹ ਸਿੱਠਣੀਆਂ ਦਿੰਦੀਆਂ ਨੇ ਜਾਂ ਸੁਣਾਉਂਦੀਆਂ ਨੇ। ਬੁਨਿਆਦੀ ਤੌਰ ਤੇ ਇਹ ਮਜ਼ਾਕ ਹੀ ਹੈ, ਲੇਕਿਨ ਗਾਲਾਂ ਦੀ ਹੱਦ ਤੱਕ ਪਹੁੰਚ ਜਾਂਦਾ ਹੈ। ਅੱਜ ਕੱਲ੍ਹ ਇਹਦਾ ਰਿਵਾਜ ਵੈਸੇ ਨਹੀਂ ਹੈ, ਘੱਟ ਹੈ। ਸੰਮੀ ਸੌਰੀ ਡਬਲ ਆ ਗਿਆ। ਸਿੱਠਣੀਆਂ ਦੀ ਮਿਸਾਲ ਵੇਖੋ, ਕੁੜੀ ਤੇ ਸਾਡੀ ਰੇਸ਼ਮ ਦੀ ਲੀਰ ਹੈ। ਅਕਸਰ ਤੁਸੀਂ ਮੋਸਟਲੀ ਨਾ ਇੰਡੀਅਨ ਮੂਵੀਜ਼, ਪਾਕਿਸਤਾਨੀ ਮੂਵੀਜ਼ ਵਿੱਚ ਵੀ ਬਾਰਾਤ ਦੇ ਮੌਕੇ ਤੇ ਇਹ ਸਿੱਠਣੀਆਂ ਅੱਜ ਕੱਲ੍ਹ ਵੀ ਤੁਸੀਂ ਵੇਖ ਸਕਦੇ ਹੋ। ਕੁੜੀ ਤੇ ਸਾਡੀ ਰੇਸ਼ਮ ਦੀ ਲੀਰ ਏ, ਮੁੰਡਾ ਤੇ ਦਿਸਦਾ ਕੋਈ ਫਕੀਰ ਏ, ਗੱਲ ਤੇ ਬਣਦੀ ਨਾਹੀਂ, ਨਾ ਲੱਜਿਓ ਲੱਜ ਤੁਹਾਨੂੰ ਨਾਹੀਂ। ਅੱਜ ਕੱਲ੍ਹ ਇਸ ਤਰ੍ਹਾਂ ਦਾ ਗੀਤ ਗਾਇਆ ਜਾਏ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਕਿ ਜੰਝ ਬਾਰਾਤ ਦਰਵਾਜ਼ੇ ਤੋਂ ਹੀ ਵਾਪਸ ਮੁੜ ਜਾਏ, ਉਹ ਕੁੜੀ ਰੁਖਸਤ ਹੀ ਨਾ ਕਰਕੇ ਲੈ ਜਾਣ। ਕਿਉਂਕਿ ਅੱਜ ਕੱਲ੍ਹ ਸਾਡੇ ਟੈਂਪਰਾਮੈਂਟ ਬਿਲਕੁਲ ਨਹੀਂ ਹੈ, ਅਸੀਂ ਬਿਲਕੁਲ ਗੱਲ ਬਰਦਾਸ਼ਤ ਨਹੀਂ ਕਰ ਸਕਦੇ। ਅਦਮ ਬਰਦਾਸ਼ਤ ਦੀ ਹੱਦ ਤੁਸੀਂ ਵੇਖ ਲਵੋ ਕਿ ਸੁਸਾਇਟੀ ਵਿੱਚ ਹਰ ਹਵਾਲੇ ਨਾਲ ਐਕਸਟ੍ਰੀਮਿਜ਼ਮ ਕਿੱਥੇ ਪਹੁੰਚ ਗਿਆ। ਇਹ ਬੁਨਿਆਦੀ ਤੌਰ ਤੇ ਇੱਕ ਤਰ੍ਹਾਂ ਦਾ ਇਹ ਟੈਂਪਰਾਮੈਂਟ ਹੀ ਚੈੱਕ ਕਰਨਾ ਹੁੰਦਾ ਸੀ ਕਿ ਕਿਸ ਮਿਜ਼ਾਜ ਦੇ ਲੋਕ ਨੇ, ਗੱਲ ਬਰਦਾਸ਼ਤ ਵੀ ਕਰ ਸਕਦੇ ਨੇ ਜਾਂ ਨਹੀਂ। ਕੁੜੀ ਤੇ ਸਾਡੀ ਰੇਸ਼ਮ ਦੀ ਲੀਰ ਏ, ਮੁੰਡਾ ਤੇ ਦਿਸਦਾ ਕੋਈ ਫਕੀਰ ਹੈ। ਯਾਨੀ ਦੂल्हा ਜਿਹੜਾ ਬਾਰਾਤ ਨਾਲ ਆਇਆ ਏ ਉਹਨੂੰ ਕਹਿ ਰਹੇ ਨੇ ਇਹ ਤੇ ਫਕੀਰ ਲੱਗਦਾ ਹੈ, ਗੱਲ ਤੇ ਬਣਦੀ ਨਹੀਂ। ਕਹਿੰਦੀ ਗੱਲ ਬਣਦੀ ਨਜ਼ਰ ਨਹੀਂ ਆ ਰਹੀ, ਨਾ ਲੱਜਿਓ ਯਾਨੀ ਬੇਸ਼ਰਮੋ, ਲੱਜ ਤੁਹਾਨੂੰ ਨਹੀਂ, ਤੁਹਾਨੂੰ ਤੇ ਸ਼ਰਮ ਹੀ ਨਹੀਂ। ਹੁਣ ਇਸ ਤਰ੍ਹਾਂ ਦੀ ਬਾਰਾਤ ਨੂੰ ਰਿਸੈਪਸ਼ਨ ਉੱਤੇ ਗੱਲਾਂ ਸੁਣਾਈਆਂ ਜਾਣ, ਸਿੱਠਣੀਆਂ ਸੁਣਾਈਆਂ ਜਾਣ ਤੇ ਕੀ ਹੋਏਗਾ ਤੁਸੀਂ ਆਪ ਸੋਚੋ। ਸਾਡੇ ਤੇ ਵਿਹੜੇ ਮੁੱਢ ਮਕਈ ਦਾ, ਅਸੀਂ ਤੇ ਸੁਣਿਆ ਲਾੜਾ ਉਦਲ ਗਈ ਦਾ। ਇਹ ਹੁਣ ਉਦਲ ਗਈ ਦਾ ਇਹ ਸਾਫ਼ ਗਾਲੀ ਏ, ਯਾਨੀ ਲਾੜਾ ਉਸ ਮਾਂ ਦਾ ਪੁੱਤਰ ਏ ਜਿਹੜੀ ਆਪਣੇ ਘਰੋਂ ਨੱਸ ਗਈ ਸੀ। ਘੋੜੀਆਂ ਸ਼ਾਦੀ ਵਿਆਹ ਦੇ ਮੌਕੇ ਤੇ ਖਵਾਤੀਨ ਜਿਹੜੇ ਗੀਤ ਗਾਉਂਦੀਆਂ ਨੇ ਉਹਨਾਂ ਨੂੰ ਘੋੜੀਆਂ ਗਾਣਾ ਕਹਿੰਦੇ ਨੇ। ਤੁਸੀਂ ਅਕਸਰ ਸੁਣਿਆ ਹੋਏਗਾ, ਦੇਸਾਂ ਦਾ ਰਾਜਾ ਮੇਰੇ ਬਾਬਲ ਦਾ ਪਿਆਰਾ, ਅੰਬੜੀ ਦੇ ਦਿਲ ਦਾ ਸਹਾਰਾ, ਨੀ ਵੀਰ ਮੇਰਾ ਘੋੜੀ ਚੜਿਆ। ਅੰਬੜੀ ਮਾਂ, ਭੈਣਾਂ ਵਾਗਾਂ ਫੜੀਆਂ ਨੀ, ਵੀਰ ਘੋੜੀ ਚੜਿਆ, ਭੈਣ ਫੜੀ ਵਾਗ 5 ਰੁਪਈਏ ਭੈਣ ਦਾ ਲਾਗ। ਇਹ ਘੋੜੀ ਚੜਨਾ, ਵਾਗ ਫੜਾਈ, ਸੁਰਮਾ ਪਵਾਈ, ਇਸ ਤਰ੍ਹਾਂ ਦੀਆਂ ਰਸਮਾਂ ਅੱਜ ਕੱਲ੍ਹ ਵੀ ਹੁੰਦੀਆਂ। ਵੈਣ ਵਫਾਤ ਦੇ ਮੌਕੇ ਤੇ ਇਹਨੂੰ ਸਿਆਪਾ ਜਾਂ ਉਲਾਣੀਆਂ ਵੀ ਕਿਹਾ ਜਾਂਦਾ। ਲਾਸਟ ਟਾਈਮ ਇਹ ਕੁਐਸਚਨ ਆਇਆ ਸੀ CSS ਦੇ ਵਿੱਚ ਕਿ ਉਲਾਣੀਆਂ ਕਿਸ ਕਿਸਮ ਦਾ ਗੀਤ ਹੁੰਦਾ ਹੈ। ਸੋ ਵੈਣ ਜਾਂ ਸਿਆਪੇ ਨੂੰ ਉਲਾਣੀਆਂ ਕਹਿੰਦੇ ਨੇ। ਜ਼ਰਾ ਵੇਖੋ, ਤੁਸੀਂ ਸੁਣਿਆ ਹੀ ਹੋਏਗਾ ਪਿੰਡਾਂ ਥਾਵਾਂ ਵਿੱਚ ਤੇ ਅਕਸਰ ਇਸ ਤਰ੍ਹਾਂ ਦਾ ਫੌਤਗੀ ਦੇ ਮੌਕੇ ਤੇ, ਔਰ ਸਪੈਸ਼ਲੀ ਕੋਈ ਅਗਰ ਨੌਜਵਾਨ ਕੁੜੀ ਜਾਂ ਮੁੰਡੇ ਦੀ ਮੌਤ ਹੋ ਜਾਏ ਤੇ ਫਿਰ ਤੇਰੇ ਨਿੱਕੇ ਨਿੱਕੇ ਬਾਲ, ਹਾਏ ਹਾਏ ਸ਼ੇਰਾ, ਹਾਏ ਹਾਏ ਸ਼ੇਰਾ, ਹਾਏ ਹਾਏ ਸ਼ੇਰਾ। ਉਹਦਾ ਬੜਾ ਗਾ ਕੇ ਨਾ, ਬੜੇ ਅੰਦਾਜ਼ ਨਾਲ, ਉਹ ਗਾਣ ਤੋਂ ਇੰਝ ਹੀ ਲੱਗਦਾ ਕਿ ਕੋਈ ਟ੍ਰੈਜਿਕ ਗੀਤ ਗਾਇਆ ਜਾ ਰਿਹਾ ਹੈ। ਇਹਨਾਂ ਨੂੰ ਲੈਂਦੋ ਪਾਲ, ਹਾਏ ਹਾਏ ਸ਼ੇਰਾ, ਹਾਏ ਹਾਏ ਸ਼ੇਰਾ, ਹਾਏ ਹਾਏ ਸ਼ੇਰਾ। ਤੈਨੂੰ ਰੋਂਦੀ ਤੇਰੀ ਨਾਰ, ਨਾਰ ਯਾਨੀ ਔਰਤ ਬੀਵੀ, ਗਿਓ ਬੁੱਢੀ ਮਾਂ ਨੂੰ ਮਾਰ, ਤੇਰੇ ਪਿਓ ਦਾ ਭੈੜਾ ਹਾਲ, ਕਿਉਂ ਨਾ ਲੈ ਗਿਓ ਨਾਲ, ਹਾਏ ਹਾਏ ਸ਼ੇਰਾ, ਹਾਏ ਹਾਏ ਸ਼ੇਰਾ। ਮੁੱਕਦੀ ਗੱਲ ਔਰ ਬਸ। ਹਾਂਜੀ, ਕੋਈ ਕੁਐਸਚਨ? ਸਰ ਟੌਪਿਕ ਹੈ, ਟੌਪਿਕ ਸਪੈਸਿਫਿਕ ਤੇ ਕੁਐਸਚਨ ਹੈ, ਉਂਝ ਹੀ ਇੱਕ ਜਨਰਲ ਹੈ, ਪੁੱਛ ਲਏ। ਜੀ ਜੀ ਪੁੱਛੋ ਪੁੱਛੋ। ਸਰ ਜਿੰਨੇ ਤੁਹਾਂ ਮਤਲਬ ਉੱਤੇ ਪੰਜਾਬ ਦੇ ਜਿਵੇਂ ਹੀਰੋ ਦੀ ਗੱਲ ਹੋਈ, ਜਿੰਨੇ ਵੀ ਸਾਡੇ ਹੀਰੋ ਨੇ ਉਹਨਾਂ ਨੂੰ ਰਿਬੈਲੀਅਨ ਕਿਉਂ ਮਤਲਬ ਕਿ ਪੋਰਟਰੇ ਕੀਤਾ ਜਾਂਦਾ ਹੈ? ਜਿਵੇਂ ਉੱਤੇ ਜੱਗੇ ਜੱਟ ਦੀ ਗੱਲ ਆਈ ਤਾਂ ਉਹਨੂੰ ਜੱਗਾ ਡਾਕੂ ਦੇ ਨਾਂ ਤੋਂ ਮਸ਼ਹੂਰ ਕੀਤਾ ਜਾਂਦਾ ਹੈ, ਇਸੇ ਤਰ੍ਹਾਂ ਬਾਕੀਆਂ ਦਾ ਵੀ। ਸਾਨੂੰ ਸਾਡੀ ਜਿਹੜੀ ਪੰਜਾਬੀ ਕੌਮ ਹੈ ਔਰ ਪੰਜਾਬ ਹੈ ਨਾ, ਇਹਨੂੰ ਇਹਦਾ ਸਹੀ ਤਸ਼ੱਖੁਸ ਦੱਸਿਆ ਹੀ ਨਹੀਂ ਗਿਆ। ਸਾਨੂੰ ਜਿਹੜੀ ਪਾਕ ਸਟੱਡੀਜ਼ ਪੜ੍ਹਾਈ ਜਾਂਦੀ ਹੈ, ਇੰਤਹਾਈ ਗਲਤ ਹਿਸਟਰੀ ਹੈ ਸਾਡੀ। ਅਸਲ 'ਚ ਪੰਜਾਬ ਨਾਲ ਹੈ ਧਰੋ ਅੱਜ ਤੋਂ ਨਹੀਂ, ਸ਼ੁਰੂ ਤੋਂ ਹੀ ਹੋ ਰਿਹਾ। ਤੁਸੀਂ ਵੇਖ ਲਵੋ ਕਿ ਅੰਗਰੇਜ਼ ਨੇ ਜਿਸ ਵੇਲੇ ਉਹ ਲਾਰਡ ਮੈਕਾਲੇ ਜਿਹੜਾ ਸੀ, ਉਹਨੇ ਤਾਲੀਮੀ ਪਾਲਿਸੀ ਜਿਸ ਵੇਲੇ ਸੈੱਟ ਕੀਤੀ ਸੀ ਅੰਗਰੇਜ਼ਾਂ ਦੀ, ਜਿਸ ਵੇਲੇ ਹਕੂਮਤ ਕਾਇਮ ਹੋ ਗਈ ਸੀ, ਉਹਨੇ ਕੀ ਕੀਤਾ? ਸਿੰਧ ਵਿੱਚ ਸਿੰਧੀ ਰਹੀ, KPK ਵਿੱਚ ਉਹੀ ਰਹੀ, KPK NWFP ਸੂਬਾ ਸੀ ਨਾ, ਉੱਥੇ ਉਹੀ
ਬਲੋਚਿਸਤਾਨ 'ਚ ਬਲੋਚੀ ਨਹੀਂ, ਸਿਰਫ ਸਾਡੀ ਜ਼ਬਾਨ ਇੰਡੀਆ ਹਿੰਦੁਸਤਾਨ ਦੀਆਂ ਸਾਰੀਆਂ ਗੁਜਰਾਤੀ, ਬਿਹਾਰੀ, ਮਰਾਠੀ ਉਹੀ ਜ਼ਬਾਨਾਂ ਬੁਨਿਆਦੀ ਜ਼ਰੀਆ ਤਾਲੀਮ ਰਹੀਆਂ, ਸਾਡਾ ਉਹਨੇ ਬਦਲ ਕੇ ਉਰਦੂ ਕਰ ਦਿੱਤਾ। ਸਾਡੇ ਨਾਲ ਸ਼ੁਰੂ ਤੋਂ ਹੀ ਹੱਥ ਹੋ ਰਿਹਾ। ਤੁਸੀਂ ਵੇਖ ਲਓ ਅੱਜ ਕੱਲ੍ਹ ਪੰਜਾਬ ਦਾ ਸੂਬਾ ਸਭ ਤੋਂ ਵੱਡਾ ਸੂਬਾ ਹੈ ਔਰ ਪੰਜਾਬ ਨੂੰ ਸਭ ਤੋਂ ਜ਼ਿਆਦਾ ਰਗੜੇ ਲੱਗ ਰਹੇ। ਫਿਰ ਵੀ ਸਾਨੂੰ ਕਲੇਮ ਹੈ ਵੇ ਕਿ ਪੰਜਾਬ ਸਾਰਿਆਂ ਨੂੰ ਖਾ ਗਿਆ। ਅਸਲ 'ਚ ਖੁਦ ਅਸੀਂ ਜਦੋਂ ਤੱਕ ਬੇਦਾਰ ਨਹੀਂ ਹੋਵਾਂਗੇ, ਅਸੀਂ ਆਪਣੀ ਹਿਸਟਰੀ ਨਹੀਂ ਵੇਖਾਂਗੇ, ਅਸੀਂ ਆਪਣੇ ਸ਼ਾਨਦਾਰ ਮਾਜ਼ੀ ਨੂੰ ਗੌਰ ਕਰਕੇ ਆਪਣੀ ਹਿਸਟਰੀ ਨੂੰ ਠੀਕ ਸਿਮਤ ਵਿੱਚ ਨਹੀਂ ਲਿਆਵਾਂਗੇ, ਸਾਨੂੰ ਇਸੇ ਤਰ੍ਹਾਂ ਹੀ ਰਗੜੇ ਲੱਗਦੇ ਜਾਣਗੇ। ਜੀ ਸਰ, ਇਹ ਜਿਵੇਂ issue ਕਿ ਤੁਸੀਂ ਜਿੰਨੇ ਇੰਟਰੂਡਰ ਜਾਂ ਜਿੰਨੇ ਇਨਵੇਡਰਸ ਨੇ ਉਹਨਾਂ ਨੂੰ ਹਾਂਜੀ। ਗੱਲ ਕਰਨ ਤੇ ਇਸਲਾਮ ਦੇ ਨਾਂ ਤੇ ਜਸਟੀਫਾਈ ਕਰ ਲੈਣਗੇ, ਪਰ ਜਦੋਂ ਰਣਜੀਤ ਸਿੰਘ ਨੂੰ ਅਸੀਂ ਮਹਾਰਾਜਾ ਕਹੀਏ ਤਾਂ ਉਹ ਸਾਨੂੰ ਕਹਿਣਗੇ ਪਤਾ ਨਹੀਂ ਨੈਸ਼ਨਲਿਸਟ ਨੇ ਜਾਂ ਅਲਟਰਾ ਨੈਸ਼ਨਲਿਸਟ ਨੇ, ਪਤਾ ਨਹੀਂ ਹਾਂਜੀ, ਇਹ ਕੀ ਨੇ ਹੈ। ਐਂਟੀ ਇਸਲਾਮ ਨੇ, ਮਜ਼ਹਬ ਦੇ ਖਿਲਾਫ ਹਾਂਜੀ ਕਹਿ ਦਿੰਦੇ ਨੇ। ਇਹ ਹਾਂਜੀ ਸਭ ਤੋਂ ਵੱਡਾ ਮਸਲਾ ਹੈ ਨਾ ਸਾਡਾ। ਮਜ਼ਹਬ ਅਲੱਗ ਸ਼ੈ ਹੁੰਦੀ ਹੈ, ਜ਼ਬਾਨ ਦਾ, ਲਿਟਰੇਚਰ ਦਾ, ਜੋਗਰਾਫੀ ਦਾ ਕੋਈ ਮਜ਼ਹਬ ਨਹੀਂ ਹੁੰਦਾ। ਦੇਖੋ ਨਾ, ਸਾਨੂੰ ਪਹਿਲੇ ਵੀ ਤੇ ਤੋੜਿਆ ਗਿਆ ਨਾ ਕਿ ਉਹ ਇੰਡੀਅਨ ਪੰਜਾਬ ਵੱਖਰਾ ਕਰ ਦਿੱਤਾ ਉਹ ਸਿੱਖਾਂ ਦਾ, ਹਾਲਾਂਕਿ ਪੰਜਾਬ ਤੇ ਇੱਕੋ ਹੀ ਹੈ, ਪੰਜਾਬ ਦੀ ਤਹਿਜ਼ੀਬ ਸਕਾਫਤ ਤੇ ਇੱਕੋ ਹੀ ਸੀ। ਹੁਣ ਤੁਹਾਨੂੰ ਵੇਖੋ ਕਿਸ ਤਰ੍ਹਾਂ ਤੋੜਿਆ ਜਾ ਰਿਹਾ, ਫਿਰ ਜ਼ਬਾਨ ਦੀ ਬੁਨਿਆਦ ਤੇ ਕਿ ਜੀ ਸਰਾਇਕੀ ਅਲੱਗ ਲੈਂਗੁਏਜ, ਸਰਾਇਕੀ ਤਹਿਜ਼ੀਬ ਸਕਾਫਤ ਔਰ ਕਲਚਰ ਅਲੱਗ ਹੈ। ਇਹ ਸਾਡੇ ਨਾਲ ਸ਼ੁਰੂ ਤੋਂ ਹੱਥ ਹੋ, ਤੁਸੀਂ ਵੇਖ ਲਵੋ ਪੰਜਾਬ ਨੂੰ। ਪਹਿਲੇ ਮੈਂ ਹੁਣੀ ਸ਼ੁਰੂ ਲੈਕਚਰ 'ਚ ਦੱਸਿਆ ਸੀ ਕਿ 3 ਟੋਟੇ ਉਦੋਂ ਇੰਡੀਅਨ ਪੰਜਾਬ ਨੂੰ ਕੀਤਾ, ਹੁਣ ਪੰਜਾਬ ਨੂੰ 2 ਟੋਟੇ ਸਰਾਇਕਿਸਤਾਨ। ਔਰ ਅੱਛਾ, ਸਰਾਇਕੀ ਅਲੱਗ ਹੋਣ ਤੋਂ ਬਾਅਦ ਨਵਾਂ ਹੀ ਡਿਮਾਂਡ ਵੇਖਣਾ ਤੁਸੀਂ, ਪੋਠੋਹਾਰੀ ਕਹਿਣਗੇ ਸਾਨੂੰ ਵੀ ਅਲੱਗ ਕਰੋ, ਪਹਾੜੀ ਕਹਿਣਗੇ ਸਾਨੂੰ ਅਲੱਗ ਕਰੋ, ਔਰ ਉਹ ਤੀਸਰੇ ਜਿਹੜੇ ਹਿੰਦਕੋ ਵਾਲੇ ਕਹਿਣਗੇ ਸਾਨੂੰ ਅਲੱਗ ਕਰੋ। ਪੰਜਾਬ ਦੇ ਪੱਲੇ ਕੀ ਰਹਿ ਜਾਏਗਾ? ਉਹ ਅਸਲ 'ਚ ਜਿਹੜੀ ਸਾਡੀ ਮਰਦਮਸ਼ੁਮਾਰੀ ਵਿੱਚ 51-52% ਪੰਜਾਬੀ ਸਪੀਕਿੰਗ ਲੋਕਾਂ ਦੀ ਤਾਦਾਦ ਸੀ, ਉਹਨੂੰ ਖਤਮ ਕਰਨਾ ਚਾਹ ਰਹੇ। ਹੁਣ ਤੁਸੀਂ ਵੇਖ ਲਓ ਸਰਾਇਕੀ ਅਲੱਗ ਐਡ ਹੋ ਗਈ। 1951-1961 ਦੀ ਮਰਦਮਸ਼ੁਮਾਰੀ ਵਿੱਚ ਪੰਜਾਬੀ ਇੱਕੋ ਹੀ ਸੀ, ਸਰਾਇਕੀ ਅਲੱਗ ਨਹੀਂ ਸੀ ਹੈ। ਹੁਣ ਉਹਨਾਂ ਅਲੱਗ ਕਰਕੇ ਸਰਾਇਕੀ 12-13% ਸਰਾਇਕੀ ਕਰਤੀ ਔਰ 38% ਪੰਜਾਬੀ ਕਰ ਦਿੱਤੀ। ਹੁਣ ਅੱਗੇ ਅੱਗੇ ਤੁਸੀਂ ਵੇਖਣਾ ਉਹਦੇ 'ਚ ਹਿੰਦਕੋ ਨਿਕਲ ਜਾਏਗੀ, ਪਹਾੜੀ ਨਿਕਲ ਜਾਏਗੀ, ਪੋਠੋਹਾਰੀ ਨਿਕਲ ਜਾਏਗੀ ਤੇ ਪਿੱਛੇ ਪੰਜਾਬੀਆਂ ਦੀ ਪਰਸੈਂਟੇਜ ਸੈਂਟਰਲ ਵਾਲਿਆਂ ਦੀ 25 ਤੋਂ ਵੀ ਘੱਟ ਰਹਿ ਜਾਏਗੀ। ਇਸ ਤਰ੍ਹਾਂ ਉਹਨਾਂ ਨੂੰ ਪੰਜਾਬ ਤੋੜਨ ਦਾ ਜਿਹੜਾ ਹੈ ਨਾ, ਇਹ ਵੱਡੇ ਲੈਵਲ ਦੀ ਗੇਮ, ਇਹ ਅੱਜ ਦੀ ਗੇਮ ਨਹੀਂ ਹੈ। ਇਹ ਤੇ ਪੰਜਾਬੀਆਂ ਦੀ ਹਿੰਮਤ ਹੈ, ਪੰਜਾਬੀ ਜ਼ਬਾਨ ਦੀ ਹਿੰਮਤ ਹੈ, ਪੰਜਾਬੀ ਲਿਟਰੇਚਰ ਦੀ ਇੱਕ ਸੋਲਿਡ ਫਾਊਂਡੇਸ਼ਨ ਦੀ ਵਜ੍ਹਾ ਤੋਂ ਇਹ ਹਿੱਲੀ ਨਹੀਂ ਜ਼ਬਾਨ। ਕੋਈ ਹੋਰ ਜ਼ਬਾਨ ਹੁੰਦੀ ਤੇ ਖਤਮ ਹੋ ਗਈ ਹੁੰਦੀ ਹੁਣ ਤੱਕ। ਠੀਕ ਹੈ ਜੀ, ਸਰ। ਬਹਰਹਾਲ ਸਾਨੂੰ ਚਾਹੀਦਾ, ਅਸੀਂ ਕੋਸ਼ਿਸ਼ ਕਰ ਰਹੇ ਹਾਂ ਰੀਸੈਂਟਲੀ ਨਾ ਇਸੀ ਚੀਜ਼ ਨੂੰ ਮੱਦੇਨਜ਼ਰ ਰੱਖ ਕੇ GC ਯੂਨੀਵਰਸਿਟੀ ਲਾਹੌਰ ਵਿੱਚ BSc BA BSc ਆਨਰਸ ਹੁੰਦੇ ਆ ਨਾ, ਡਿਗਰੀ 4 ਸਾਲ ਦੀ, ਉਹਦੇ ਜਿੰਨੇ ਵੀ ਡਿਸਿਪਲਿਨ ਨੇ, ਸਾਇੰਸਿਸ ਦੇ, ਸੋਸ਼ਲ ਸਾਇੰਸਿਸ ਤੇ ਆਰਟਸ ਦੇ ਡਿਸਿਪਲਿਨ, ਉਹਦੇ 'ਚ ਇੱਕ IDC ਪੇਪਰ ਹੁੰਦਾ ਹੈ, ਇੰਟਰ ਡਿਸਿਪਲਿਨਰੀ ਕੋਰਸਿਸ। ਉਹਦੇ 'ਚ ਕੋਈ ਇੱਕ 100 ਨੰਬਰ ਦਾ ਪੇਪਰ ਬੱਚਿਆਂ ਨੇ ਪੜ੍ਹਨਾ ਹੁੰਦਾ ਆਪਣੀ ਪਸੰਦ ਦਾ, ਕੋਈ 10 ਪੇਪਰ ਹੁੰਦੇ ਨੇ। ਉਹਦੇ ਵਿੱਚ ਉਹ ਵੈਸਟਰਨ ਸਿਵਲਾਈਜੇਸ਼ਨ ਹੈ, ਐਜੂਕੇਸ਼ਨ ਹੈ ਤੇ ਲਾਹੌਰ ਹਿਸਟਰੀ ਹੈ ਤੇ ਫਲਾਣੀ ਮੁਗਲ ਹਿਸਟਰੀ। ਅਸੀਂ ਉਹਦੇ 'ਚ ਇੱਕ ਪੰਜਾਬੀ ਇੰਟਰੋਡਿਊਸ ਕਰਵਾਇਆ ਇਸੇ ਹੀ ਪੁਆਇੰਟ ਆਫ ਵਿਊ ਨਾਲ, ਔਰ ਉਹਦੇ ਜਿਹੜੇ ਕੰਟੈਂਟਸ ਨੇ ਸਿਲੇਬਸ ਦੇ ਉਹ ਵੀ ਸਾਰੇ ਇਸੇ ਹੀ ਕਿਸਮ ਦੇ ਨੇ। ਉਹਦੀ ਸਾਡੇ ਹੀਰੋ ਕੌਣ ਨੇ, ਸਾਡੀ ਜ਼ਬਾਨ ਕੀ ਹੈ, ਸਾਡੇ ਸੂਬਾ ਕੀ ਹੈ, ਸਾਡੀ ਡਿਵੀਜ਼ਨ ਪੰਜਾਬ ਦੀ ਕੀ ਹੈ, ਦਰਿਆ ਕਿਹੜੇ ਕਿਹੜੇ ਨੇ। ਤੇ ਇਸ ਤਰ੍ਹਾਂ ਕੋਸ਼ਿਸ਼ਾਂ ਅੱਜ ਕੱਲ੍ਹ ਹੋ ਰਹੀਆਂ ਨੇ ਕਾਫੀ, ਹੁਣ ਪੰਜਾਬੀ ਦਾ ਨਾ ਮਤਲਬ ਗੱਲ ਹੋਣਾ ਸ਼ੁਰੂ ਹੋ ਗਈ। ਮੈਂ ਤਾਂ ਨਹੀਂ ਕਹਿੰਦਾ ਕਿ ਬਹੁਤ ਜਲਦ ਠੀਕ ਹੋ ਜਾਏਗਾ, ਲੇਕਿਨ ਚਲੋ ਆਇੰਦਾ ਕੋਈ 100-50 ਸਾਲਾਂ ਵਿੱਚ ਪੰਜਾਬੀਆਂ ਨੂੰ ਸ਼ਾਇਦ ਉਹਨਾਂ ਦਾ ਤਸ਼ੱਖਸ, ਪਹਿਚਾਣ, ਸ਼ਨਾਖਤ ਮਿਲ ਜਾਵੇ। ਠੀਕ ਹੈ ਜੀ, ਓਕੇ। ਅੱਛਾ, ਇਹ ਦੂਸਰਾ ਟਾਪਿਕ ਹੈ ਜੀ ਜਿਹੜਾ ਜ਼ਾਹਿਰ ਹੈ ਲੈਂਥੀ ਟਾਪਿਕ ਅੱਜ ਹੋ ਗਿਆ, ਘੰਟੇ ਦਾ ਹੀ ਹੋ ਗਿਆ। ਦੂਸਰਾ ਲੋਕ ਕਹਾਣੀ, ਇਹ ਕੋਈ 15-20 ਮਿੰਟ ਦਾ ਕਲਿੱਪ ਬਣੇਗਾ, ਔਰ ਤੀਸਰਾ ਲੋਕ ਅਖਾਣ, ਇਹ ਵੀ 15-20 ਮਿੰਟ ਦਾ ਕਲਿੱਪ ਮੈਂ ਰਿਕਾਰਡ ਕਰਕੇ ਅੱਜ ਹੀ ਇਹ ਗਰੁੱਪ ਵਿੱਚ ਭੇਜਾਂਗਾ, ਤੇ ਪਲੀਜ਼ ਤੁਸੀਂ ਇਹ ਵੀ ਨਾਲ ਸੁਣ ਲੈਣਾ ਤਾਂ ਕਿ ਇਹ ਪੂਰਾ ਪਾਰਟ ਅੱਜ ਮੁਕੰਮਲ ਹੋ ਜਾਏ। ਅਗਰ ਮੈਂ ਤਿੰਨੇ ਇਕੱਠੇ ਕਰਦਾ ਤੇ ਫਿਰ ਉਹ ਬੜਾ ਸ਼ਾਰਟ ਹੋਣਾ ਸੀ, ਗੱਲ ਦੀ ਸਮਝ ਨਹੀਂ ਸੀ ਆਉਣੀ। ਓਕੇ ਜੀ।